सरदार भगवंत सिंह मान ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਚਿੱਠੀ ਲਿਖੀ ਸੀ ਕਿ ਜਿਹੜੀ ਪੰਜਾਬ ਸਰਕਾਰ ਇਹ ਕਹਿੰਦੀ ਸੀਗੀ ਕਿ ਇਹ ਪੰਜਾਬ ਦੇ ਵਿੱਚ ਪੈਸਾ ਰੋੜਿਆ ਗਿਆ, ਇਹਦਾ ਨੱਕਾ ਜਦੋਂ ਖੁੱਲਿਆ ਸੀਗਾ ਤਾਂ ਉਹਦਾ ਇੱਕ ਨੱਕੇ ਦਾ ਪਾਸਾ ਇਧਰ ਏਡਡ ਕਾਲਜਾਂ ਵੱਲ ਨੂੰ ਵੀ ਖੁੱਲਿਆ ਸੀਗਾ। ਤੇ ਜੇ ਇਹ ਇਨਐਲੀਜੀਬਲ ਪ੍ਰਿੰਸੀਪਲਸ ਔਰ ਐਸੋਸੀਏਟ ਪ੍ਰੋਫੈਸਰਸ ਦੀ ਜਾਂਚ ਜਿਹੜੀ ਹੋਈ ਹੈ ਉਹਦੀ ਰਿਪੋਰਟ ਸਾਹਮਣੇ ਆ ਗਈ ਤਾਂ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਰੋੜਾਂ ਦੀ ਰਿਕਵਰੀ ਜਿਹੜੀ ਹੈ ਉਹ ਪੈਣੀ ਹੈ ਔਰ ਉਹ ਸਾਰਾ ਪੈਸਾ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਾਣਾ। ਤੁਸੀਂ ਹੈਰਾਨ ਹੋਵੋਗੇ ਇਸ ਚਿੱਠੀ ਨੂੰ ਆਏ ਨੂੰ 60 ਦਿਨ ਹੋ ਗਏ ਆ, ਮੈਨੂੰ ਵੀ ਆ ਚੁੱਕੀ, ਯੂਨੀਵਰਸਿਟੀ ਨੂੰ ਵੀ ਹੈ। ਰਜਿਸਟਰਾਰ ਪੰਜਾਬ ਯੂਨੀਵਰਸਿਟੀ ਵੱਲੋਂ ਕੋਈ ਜਵਾਬ ਮੈਨੂੰ ਅੱਜ ਤੱਕ ਨਹੀਂ ਮਿਲਿਆ। ਮਤਲਬ ਧਨਖੜ ਸਾਹਿਬ ਦੀ ਪਰਵਾਹ ਨਹੀਂ ਕਰਦੇ ਉਹ ਕਿਸੇ ਦੀ ਵੀ, ਉਹ ਕਹਿੰਦੇ ਵੀ ਸਾਡੇ ਉੱਪਰ ਕੋਈ ਹੈਗਾ ਹੱਥ ਤੇ ਅਸੀਂ ਪਰਵਾਹ ਨਹੀਂ ਕਰਦੇ। ਕਿਉਂਕਿ ਇਹ ਜਿਹੜੇ ਸਾਰੇ ਤੁਸੀਂ ਬੰਦੇ ਡਿਸੀਜਨ ਮੇਕਰ ਹੋ, ਕੋਈ ਆਈਐਸ ਅਫਸਰ ਹੈ, ਸੈਕਟਰੀ ਹੈ, ਕੋਈ ਮਿਨਿਸਟਰ ਹੈ, ਕੋਈ ਡੀਪੀਆਈ ਹੈ, ਕੋਈ ਬਾਕੀ ਹੈ, ਜਿਨ੍ਹਾਂ ਨੇ ਇਹ ਰੂਲ ਬਣਾਉਣੇ ਨੇ ਔਰ ਜਿਨ੍ਹਾਂ ਨੇ ਨੋਟੀਫਿਕੇਸ਼ਨ ਕੱਢਣੇ ਨੇ, ਉਹਨਾਂ ਦੇ ਜਵਾਕ ਇਹਨਾਂ ਸਕੂਲਾਂ 'ਚ ਨਹੀਂ ਪੜ੍ਹਦੇ, ਉਹ ਲਾਪਰਵਾਹੀ ਨਾਲ ਕੱਢਦੇ ਨੇ ਤੇ ਇਸ ਲਈ ਕੋਰਟਾਂ 'ਚ ਕੇਸ ਚਲੀ ਜਾਂਦੇ ਨੇ। ਬਾਕੀ ਨੇ ਕਿ ਜਿਹੜੇ ਪ੍ਰੋਫੈਸਰ ਦੀ ਲਾਈਨ 'ਚ ਆਉਂਦੇ ਨੇ ਵਿਦਿਆਰਥੀ ਪੜ੍ਹਾਈਆਂ ਕਰਕੇ, ਡਿਗਰੀਆਂ ਲੈ ਕੇ, ਡਾਕਟਰੀ ਕਰਕੇ, PhD ਕਰਕੇ, ਤੇ ਉਹਨਾਂ ਨੂੰ ਫਿਰ ਦਿਹਾੜੀਦਾਰ ਵਾਲੇ ਭੱਤੇ ਵੀ ਪੂਰੇ ਕਿਉਂ ਨਹੀਂ ਮਿਲਦੇ? ਤੇ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਸੁਪਨਾ ਹੀ ਅਸੀਂ ਇੱਥੇ ਮਾਰਤਾ ਕਿ ਇੱਥੇ ਉਹ ਡਾਕਟਰ ਬਣਨ, ਸਾਇੰਟਿਸਟ ਬਣਨ, ਪ੍ਰੋਫੈਸਰ ਬਣਨ, ਉਧਰ ਨੂੰ ਜਾਣ। ਉਹਨਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਕਰਨੀ ਤਾਂ ਦਿਹਾੜੀ ਹੈ। ਪੰਜਾਬ ਯੂਨੀਵਰਸਿਟੀ ਨੇ ਕਿਹਾ ਵੀ ਫਲਾਣੇ ਕੋਰਸ ਦੀ ਜਿਹੜੀ ਫੀ ਹੈ, ਸਪੋਜ਼ ਕਮਰਸ ਦੀ ਗੱਲ ਕਰ ਲਈਏ ਤਾਂ ਤੁਸੀਂ 30,000 ਫੀਸ ਲੈਣੀ ਹੈ। ਠੀਕ ਹੈ ਜੀ। ਤੁਸੀਂ ਲੁਧਿਆਣੇ 'ਚ ਚਲੇ ਜਾਓ, ਇੱਕ ਕਾਲਜ ਲੈਣ ਡਿਆ 82,000 ਰੁਪਈਆ, ਦੂਜਾ 56,000 ਰੁਪਈਆ। ਏਡਡ ਕਾਲਜਾਂ ਦੀ ਗੱਲ ਕਰ ਇਹ ਜੀ ਮੈਂ ਦੱਸ ਰਿਹਾ, ਏਡਡ ਵੀ ਹੈ ਤੇ ਅਨਏਡਡ ਵੀ ਹੈ। ਅੱਛਾ। ਇੱਕ 46,000 ਰੁਪਈਆ, ਚਾਹੇ ਉਹ ਕਾਲਜ ਅਨਏਡਡ ਹੈ ਲੇਕਿਨ ਐਫੀਲੀਏਸ਼ਨ ਉਹਨੇ ਪੰਜਾਬ ਯੂਨੀਵਰਸਿਟੀ ਤੋਂ ਲਈ ਹੋਈ ਹੈ। ਪੰਜਾਬ ਦੇ ਜਿਹੜੇ ਆਡਿਟ ਮਹਿਕਮਾ ਹੈ ਉਹਦੇ ਏਜੀ ਨੂੰ ਵੀ ਇੱਕ ਚਿੱਠੀ ਲਿਖੀ ਹੋਈ ਹੈ। ਮੈਂ ਉਹਨਾਂ ਨੂੰ ਕਿਹਾ ਜੀ ਵੀ ਆਹ ਕਾਲਜ ਨੇ ਸਾਰੇ ਉਹਨਾਂ ਦੇ ਨਾਲ ਪ੍ਰੂਫ ਲਾਏ ਨੇ, ਇਹਨਾਂ ਦੀਆਂ ਸਪੈਸ਼ਲ ਜਿਹੜੀਆਂ ਫਾਈਨੈਂਸ਼ੀਅਲ ਆਡਿਟਸ ਕਰਵਾਈਆਂ ਜਾਣ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ। ਪੰਜਾਬ ਯੂਨੀਵਰਸਿਟੀ ਵਿੱਚੋਂ ਮਲਾਈ ਕੌਣ ਛਕ ਰਿਹਾ? ਪੰਜਾਬ ਦੇ ਏਡਡ ਕਾਲਜ ਕਿਹਦੇ ਸਿਰਾਂ ਦੇ ਉੱਤੇ ਆਪਣੀਆਂ ਜੇਬਾਂ ਭਰ ਰਹੇ ਨੇ? ਪ੍ਰੋਫੈਸਰ, ਅਸਿਸਟੈਂਟ ਪ੍ਰੋਫੈਸਰ ਤੇ ਪ੍ਰਿੰਸੀਪਲ, ਇਹਨਾਂ ਨੂੰ ਬਣਾਉਣ ਪਿੱਛੇ, ਲਾਉਣ ਪਿੱਛੇ ਕਿਹੜਾ ਖੇਡ ਚੱਲਦਾ ਹੈ? ਇਹ ਸਭ ਦੀ ਚਰਚਾ ਜਿੱਥੇ ਹੋਣੀ ਬਣਦੀ ਹੈ, ਉੱਥੇ ਚਰਚਾ ਇਸ ਪਹਿਲੂ ਤੇ ਵੀ ਹੋਣੀ ਬਣਦੀ ਹੈ ਕਿ ਜਿਹੜੇ ਪ੍ਰੋਫੈਸਰ ਦੀ ਲਾਈਨ 'ਚ ਆਉਂਦੇ ਨੇ ਵਿਦਿਆਰਥੀ ਪੜ੍ਹਾਈਆਂ ਕਰਕੇ, ਡਿਗਰੀਆਂ ਲੈ ਕੇ, ਡਾਕਟਰੀ ਕਰਕੇ, PhD ਕਰਕੇ, ਤੇ ਉਹਨਾਂ ਨੂੰ ਫਿਰ ਦਿਹਾੜੀਦਾਰ ਵਾਲੇ ਭੱਤੇ ਵੀ ਪੂਰੇ ਕਿਉਂ ਨਹੀਂ ਮਿਲਦੇ? ਰੁਜ਼ਗਾਰ ਦੇ ਹਵਾਲੇ ਨਾਲ ਵੀ ਇਹ ਪਹਿਲੂ ਬਹੁਤ ਵੱਡਾ ਹੈ। ਸੋ ਇਹਨਾਂ ਪਹਿਲੂਆਂ ਤੇ ਚਰਚਾ ਕਰਨ ਲਈ ਜਿੱਥੇ ਮੇਰੇ ਨਾਲ ਸੀਨੀਅਰ ਪੱਤਰਕਾਰ ਹਮੀਰ ਸਿੰਘ ਭਾਜੀ ਨੇ, ਉੱਥੇ ਇਸ ਖੇਤਰ ਦੇ ਵਿੱਚ ਯੋਧੇ ਬਣ ਕੇ ਇੱਕ ਮੁਰਲੇ ਪੱਧਰ ਤੇ ਉੱਤੇ ਲੜਾਈ ਲੜਨ ਵਾਲੇ ਤਰੁਣ ਘਈ ਜੀ ਸਾਡੇ ਨਾਲ ਨੇ, ਪ੍ਰੋਫੈਸਰ ਤਰੁਣ ਘਈ ਜੀ ਤੇ ਹਮੀਰ ਭਾਜੀ, ਮੈਂ ਸਵਾਗਤ ਕਰਦਾ ਤੁਹਾਡਾ ਬਹੁਤ। ਡਾਕਟਰ ਸਾਹਿਬ, ਮੈਂ ਤੁਹਾਡੇ ਤੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਦਾ ਕਿ ਜਿਹੜੇ ਅਸਿਸਟੈਂਟ ਪ੍ਰੋਫੈਸਰ ਫਿਰ ਪ੍ਰਿੰਸੀਪਲ, ਇਹਨਾਂ ਦੀ ਨਿਯੁਕਤੀਆਂ ਨੂੰ ਲੈ ਕੇ ਜਾਂ ਇਹਨਾਂ ਦੀ ਤੈਨਾਤੀ ਨੂੰ ਲੈ ਕੇ ਕਹਿੰਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕ ਖੇਡ ਚੱਲਦਾ ਰਿਹਾ, ਲੰਮੇ ਸਮੇਂ ਤੋਂ ਖੇਡ ਚੱਲਿਆ। ਉਹਦੇ ਪਿੱਛੇ ਕੀ ਸਾਰੀ ਕਹਾਣੀ ਹੈ? ਕਿਹੜੇ ਤਕਨੀਕੀ ਪਹਿਲੂ ਨੇ ਜਿਨ੍ਹਾਂ ਨੂੰ ਮਤਲਬ ਕਿ ਘਾਣ ਕੀਤਾ ਗਿਆ ਤੇ ਜਾਂ ਕਿਹਦੀ ਸ਼ਹਿ ਤੇ ਸਾਰਾ ਕੁਝ ਹੁੰਦਾ ਰਿਹਾ? ਜੀ ਸਰ ਇਸ ਤਰ੍ਹਾਂ ਹੈ ਕਿ 1 ਜਨਵਰੀ 2022 ਨੂੰ ਸਾਨੂੰ ਇਹ ਰਿਪੋਰਟ ਮਿਲੀ ਕਿ ਪੰਜਾਬ ਦਾ ਇੱਕ ਕਾਲਜ ਹੈ, ਡਿਸਟ੍ਰਿਕਟ ਹੁਸ਼ਿਆਰਪੁਰ ਦਾ ਕਾਲਜ ਹੈ, 50 ਸਾਲ ਪੁਰਾਣਾ ਕਾਲਜ ਹੈ, ਉੱਥੇ ਪ੍ਰਿੰਸੀਪਲ ਦੀ ਅਪਾਇੰਟਮੈਂਟ ਹੋਈ। UGC ਗਾਈਡਲਾਈਨਸ 2010 ਇਹ ਕਹਿੰਦੀਆਂ ਨੇ ਕਿ ਜੇ ਪ੍ਰਿੰਸੀਪਲ ਬਣਾਉਣਾ ਕਾਲਜ ਦੇ ਵਿੱਚ ਤਾਂ ਉਹ ਐਸੋਸੀਏਟ ਪ੍ਰੋਫੈਸਰ ਹੋਣਾ ਚਾਹੀਦਾ। ਬਿਲਕੁਲ। ਔਰ ਜਿਹੜਾ ਐਸੋਸੀਏਟ ਪ੍ਰੋਫੈਸਰ ਹੈ ਉਹ ਯੂਨੀਵਰਸਿਟੀ ਦੇ ਇੱਕ ਸਿਲੈਕਸ਼ਨ ਪੈਨਲ ਦੇ ਵੱਲੋਂ ਸਿਲੈਕਟ ਹੋਇਆ ਹੋਣਾ ਚਾਹੀਦਾ। ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਤਾਂ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕਿਉਂਕਿ ਕਾਲਜ ਉਹਦੇ ਅੰਡਰ ਸੀ, ਅਸੀਂ ਉੱਥੇ ਆਫੀਸ਼ੀਅਲਸ ਨਾਲ ਗੱਲਬਾਤ ਕੀਤੀ ਕਿ ਕੀ ਇਹ ਐਸੋਸੀਏਟ ਪ੍ਰੋਫੈਸਰ ਯੂਨੀਵਰਸਿਟੀ ਦੇ ਪੈਨਲ ਦੇ ਥਰੂ ਬਣਿਆ। ਤੁਹਾਡੇ ਦਰਸ਼ਕਾਂ ਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਸਾਨੂੰ ਪਤਾ ਲੱਗਿਆ, ਆਫੀਸ਼ੀਅਲਸ ਨੇ ਦੱਸਿਆ ਕਿ ਪ੍ਰੋਫੈਸਰ ਸਾਹਿਬ ਤੁਸੀਂ ਐਸੋਸੀਏਟ ਪ੍ਰੋਫੈਸਰ ਕਹਿ ਰਹੇ ਹੋ, ਇਹ ਬੰਦਾ ਤਾਂ ਅੱਜ ਦੀ ਡੇਟ ਅਸਿਸਟੈਂਟ ਪ੍ਰੋਫੈਸਰ ਵੀ ਹੈ ਨਹੀਂ। ਅੱਛਾ। ਅਸੀਂ ਬੜੇ ਹੈਰਾਨ ਹੋਏ, ਅਸੀਂ ਕਿਹਾ ਜੀ ਇਹਦੇ ਕਾਗਜ਼ ਮਿਲ ਸਕਦੇ ਆ? ਉਹ ਕਹਿੰਦੇ ਜੀ ਸਭ ਕੁਝ ਦੇ ਦੇਵਾਂਗੇ। ਫਿਰ ਅਸੀਂ ਜਦੋਂ ਇਹਦੀ ਸਾਰੀ ਤਹਿਕੀਕਾਤ ਕੀਤੀ ਤਾਂ ਇੱਕ ਲੈਟਰ ਮੈਂ 1 ਜਨਵਰੀ ਨੂੰ ਉਦੋਂ ਦੇ ਜਿਹੜੇ ਸੈਕਟਰੀ ਹਾਇਰ ਐਜੂਕੇਸ਼ਨ ਸੀ ਸ਼੍ਰੀ ਕ੍ਰਿਸ਼ਨ ਕੁਮਾਰ ਜੀ, ਉਹਨਾਂ ਨੂੰ ਮੈਂ ਇੱਕ ਪੱਤਰ ਲਿਖਿਆ, ਉਹਦੇ 'ਚ ਮੈਂ ਸਾਰੀਆਂ ਡਿਟੇਲਸ ਪਾਈਆਂ। ਔਰ ਉਹ ਡਿਟੇਲਸ ਤੋਂ ਬਾਅਦ ਕ੍ਰਿਸ਼ਨ ਕੁਮਾਰ ਜੀ ਨੇ ਮੈਨੂੰ ਵੀ ਸੱਦਿਆ ਤੇ ਜਿਹੜੇ ਪ੍ਰਿੰਸੀਪਲ ਬਣੇ ਉਹਨਾਂ ਨੂੰ ਵੀ ਸੱਦ ਲਿਆ ਔਰ ਸਾਰੀ ਉਹਨਾਂ ਨੇ DDPI ਲੈਵਲ ਤੇ ਇਨਕੁਆਇਰੀ ਕਰਵਾ ਕੇ 31 ਮਾਰਚ 2022 ਨੂੰ ਉਸ ਬੰਦੇ ਦੀ ਗ੍ਰਾਂਟ ਬੰਦ ਕਰ ਦਿੱਤੀ। ਉਹਨਾਂ ਨੇ ਕਿਹਾ ਵੀ ਇਹ ਗਲਤ ਗੱਲ ਹੈ, ਜਦੋਂ ਬੰਦਾ ਪ੍ਰੋਪਰ ਤਰੀਕੇ ਦੇ ਨਾਲ, ਸੈੱਟ ਪ੍ਰੋਸੀਜਰ ਦੇ ਨਾਲ
ਨਹੀਂ ਆਉਂਦਾ ਉਨੀ ਦੇਰ ਤੱਕ ਉਹ ਬੰਦਾ ਪ੍ਰਿੰਸੀਪਲ ਕਿੱਦਾਂ ਬਣ ਗਿਆ। ਇਹੋ ਜਿਹੇ ਹੋਰ ਕਿੰਨੇ ਨੇ। ਜਦੋਂ ਬਿਲਕੁਲ ਠੀਕ ਹੈ ਤੁਸੀਂ, ਜਦੋਂ ਇਹ ਗੱਲ 1 ਤੋਂ ਸ਼ੁਰੂ ਹੋਈ ਤਾਂ ਮੈਨੂੰ ਕਈ ਕਾਲਜਾਂ ਚੋਂ ਫੋਨ ਆਣੇ ਸ਼ੁਰੂ ਹੋਏ ਪ੍ਰੋਫੈਸਰਾਂ ਦੇ ਕਿ ਪ੍ਰੋਫੈਸਰ ਸਾਹਿਬ ਜਿਹੜੀ ਇਹ ਤੁਸੀਂ ਗੱਲ ਚੱਕੀ ਹੈ ਇਹ ਤਾਂ ਸਾਡੇ ਕਾਲਜ 'ਚ ਵੀ ਏਦਾਂ, ਇਹ ਤਾਂ ਸਾਡੇ ਕਾਲਜ 'ਚ ਵੀ ਏਦਾਂ, ਔਰ ਇਹ ਲਿਸਟ ਲੰਬੀ ਹੁੰਦੀ ਗਈ। ਮੈਂ ਇੱਥੇ ਹੋਰ ਤੁਹਾਨੂੰ ਕਲੀਅਰ ਕਰ ਦਵਾਂ ਸਰ ਕਿ ਇਕੱਲੇ ਪ੍ਰਿੰਸੀਪਲ ਨਹੀਂ, ਐਸੋਸੀਏਟ ਪ੍ਰੋਫੈਸਰ ਵੀ ਉਹ ਵੀ ਜਿਹੜੇ ਬਣੇ ਆ ਉਹ DPI ਦਫ਼ਤਰ ਦੇ ਵਿੱਚ ਕਿਵੇਂ ਸਾਂਠ-ਗਾਂਠ ਕਰਕੇ ਉਹਨਾਂ ਨੇ ਐਸੋਸੀਏਟ ਪ੍ਰੋਫੈਸਰ ਦੇ ਆਪਣੇ ਗ੍ਰੇਡ ਲਵਾ ਲਏ, ਲੇਕਿਨ ਉਹ ਕਿਸੇ ਪੈਨਲ ਦੇ ਥਰੂ ਨਹੀਂ ਆਏ, ਕਿਸੇ ਪੈਨਲ ਦੇ ਥਰੂ ਉਹਨਾਂ ਦੀ ਸਿਲੈਕਸ਼ਨ ਨਹੀਂ ਹੋਈ। ਜਦੋਂ ਸਾਡੇ ਕੋਲ ਗਿਣਤੀ ਆਈ ਤੇ 100 ਤੋਂ ਉੱਪਰ ਵੱਧਦੀ ਗਈ। ਉਸ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਬਣੇ ਉਹ ਸਿੱਖਿਆ ਮੰਤਰੀ ਸਰਦਾਰ ਗੁਰਮੀਤ ਸਿੰਘ ਮੀਥੇਰ, ਉਹਨਾਂ ਦੇ ਨਾਲ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਮੁਲਾਕਾਤ ਹੁੰਦੀ ਹੈ। ਇੱਕ ਮੁਲਾਕਾਤ ਉਹਨਾਂ ਨਾਲ ਜੂਨ ਮਹੀਨੇ ਦੇ ਵਿੱਚ ਹੁੰਦੀ ਹੈ। ਜਦੋਂ ਉਹਨਾਂ ਨੂੰ ਸਾਰਾ ਵੇਰਵਾ ਦਿੱਤਾ ਗਿਆ ਤਾਂ ਉਹਨਾਂ ਨੇ 8 ਅਗਸਤ ਨੂੰ ਇੱਕ ਮੀਟਿੰਗ ਸੱਦੀ ਆਪਣੇ ਮਹਿਕਮੇ ਦੀ। ਪੰਜਾਬੀ ਟ੍ਰਿਬਿਊਨ ਦੇ ਵਿੱਚ ਅਗਲੇ ਦਿਨ ਮੇਨ ਅਖਬਾਰ ਦੀ ਖਬਰ ਸੀਗੀ ਕਿ ਪੰਜਾਬ ਦੇ ਏਡਡ ਕਾਲਜਾਂ ਵਿੱਚ ਘਪਲਿਆਂ ਦੀ ਜਾਂਚ ਦੇ ਆਦੇਸ਼ ਮੀਥੇਰ ਉਹਨਾਂ ਨੇ ਦਿੱਤੇ ਨੇ, ਔਰ ਉਸ ਜਾਂਚ ਦੇ ਵਿੱਚ ਉਹਨਾਂ ਨੇ ਕਿਹਾ ਕਿ 15 ਦਿਨ ਦੇ ਅੰਦਰ ਅੰਦਰ ਇਹ ਜਿਹੜੀ ਕਮੇਟੀ ਬਣੀ ਹੈ 5 ਮੈਂਬਰੀ ਕਮੇਟੀ, ਇਹ ਰਿਪੋਰਟ ਆਪਣੀ ਸਾਹਮਣੇ ਰੱਖੇਗੀ ਪਬਲਿਕ ਡੋਮੇਨ ਦੇ ਵਿੱਚ। 16 ਅਗਸਤ ਨੂੰ ਚਿੱਠੀ ਨਿਕਲ ਜਾਂਦੀ ਹੈ ਔਰ ਇਹ 5 ਮੈਂਬਰੀ ਕਮੇਟੀ ਜਾਂਚ ਸ਼ੁਰੂ ਕਰਦੀ ਹੈ। 5 ਸਤੰਬਰ ਟੀਚਰਸ ਡੇ ਵਾਲੇ ਦਿਨ ਮੈਨੂੰ ਵੀ ਬੁਲਾਇਆ ਜਾਂਦਾ, ਮੈਂ ਸਾਰਾ ਰਿਕਾਰਡ ਉਸ ਕਮੇਟੀ ਦੇ ਸਾਹਮਣੇ ਰੱਖ ਦਿੱਤਾ। ਪਰ ਸਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ 15 ਦਿਨ ਜਿਹਨੂੰ ਕਹੇ ਗਏ ਸੀ ਸਰਕਾਰ ਵੱਲੋਂ, ਅੱਜ ਉਹਨੂੰ 140 ਦਿਨ ਦੇ ਲਗਭਗ ਹੋ ਚੁੱਕੇ ਆ, ਉਹ ਰਿਪੋਰਟ ਪਬਲਿਕ ਡੋਮੇਨ 'ਚ ਨਹੀਂ ਆਈ। ਤੇ ਕੱਲ ਸਾਨੂੰ ਪਤਾ ਲੱਗਿਆ ਕਿ ਉੱਚ ਸਿੱਖਿਆ ਮਹਿਕਮੇ ਦੇ ਜਿਹੜੇ ਮੰਤਰੀ ਸੀਗੇ ਸਰਦਾਰ ਗੁਰਮੀਤ ਸਿੰਘ ਮੀਥੇਰ ਜੀ, ਉਹ ਵੀ ਬਦਲ ਗਏ ਨੇ ਤੇ ਹੁਣ ਬੈਂਸ ਸਾਹਿਬ ਦੇ ਕੋਲ ਉਹ ਮਹਿਕਮਾ ਆ ਗਿਆ। ਤੇ ਉਮੀਦ ਕਰਾਂਗੇ ਕਿ ਇਹ ਆਵੇ, ਕਿਉਂਕਿ ਇਹਦੇ ਵਿੱਚ ਇੱਕ ਵੱਡਾ ਘੁਟਾਲਾ ਸਾਨੂੰ ਨਜ਼ਰ ਆ ਰਿਹਾ ਔਰ ਅਸੀਂ ਇਹਦੇ ਤੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਚਿੱਠੀ ਲਿਖੀ ਸੀ ਕਿ ਜਿਹੜੀ ਪੰਜਾਬ ਸਰਕਾਰ ਇਹ ਕਹਿੰਦੀ ਸੀਗੀ ਕਿ ਇਹ ਪੰਜਾਬ ਦੇ ਵਿੱਚ ਪੈਸਾ ਰੋੜਿਆ ਗਿਆ, ਇਹਦਾ ਨੱਕਾ ਜਦੋਂ ਖੁੱਲਿਆ ਸੀਗਾ ਤਾਂ ਉਹਦਾ ਇੱਕ ਨੱਕੇ ਦਾ ਪਾਸਾ ਇਧਰ ਏਡਡ ਕਾਲਜਾਂ ਵੱਲ ਨੂੰ ਵੀ ਖੁੱਲਿਆ ਸੀਗਾ। ਤੇ ਜੇ ਇਹ ਇਨਐਲੀਜੀਬਲ ਪ੍ਰਿੰਸੀਪਲਸ ਔਰ ਐਸੋਸੀਏਟ ਪ੍ਰੋਫੈਸਰਸ ਦੀ ਜਾਂਚ ਜਿਹੜੀ ਹੋਈ ਹੈ ਉਹਦੀ ਰਿਪੋਰਟ ਸਾਹਮਣੇ ਆ ਗਈ ਤਾਂ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਰੋੜਾਂ ਦੀ ਰਿਕਵਰੀ ਜਿਹੜੀ ਹੈ ਉਹ ਪੈਣੀ ਹੈ ਔਰ ਉਹ ਸਾਰਾ ਪੈਸਾ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਾਣਾ। ਮੈਂ ਵਾਪਸ ਹੋਣਾ ਕਈ ਸਾਹਿਬ ਤੁਹਾਡੇ ਕੋਲ, ਜਿਹੜੀ ਗੱਲ ਫਰੈਸ ਸਾਹਿਬ ਕਰ ਰਹੇ ਨੇ ਕਿ ਇਸ ਹਵਾਲੇ ਨਾਲ ਮਤਲਬ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਖੇਡ ਚੱਲਦਾ ਹੈ, ਮਿਲੀ ਭੁਗਤ ਚੱਲਦੀ ਹੈ, ਪਰ ਦੂਸਰੇ ਪਾਸੇ ਜਿਹੜੇ ਰੂਟੀਨ ਦੇ ਵਿੱਚ ਬੱਚੇ ਨਵੇਂ ਆਉਂਦੇ ਨੇ ਨੌਕਰੀ ਲੈਣ ਲਈ, ਉਹਨਾਂ ਦੇ ਲਈ ਕੋਈ ਪੈਮਾਨਾ ਹੀ ਤੈਅ ਨਹੀਂਗਾ। ਮਤਲਬ 12,000 ਤੇ 15,000 ਤੇ ਉਹਨਾਂ ਨੂੰ ਐਂ ਡੇਲੀ ਬੇਸ ਤੇ ਰੱਖਿਆ ਜਾਂਦਾ ਹੈ ਤੇ ਉਹਨਾਂ ਲਈ ਪੱਕੀਆਂ ਨੌਕਰੀਆਂ ਦਾ ਕੋਈ ਰੁਜ਼ਗਾਰ ਹੀ ਨਹੀਂ। ਪਿਛਲੀਆਂ ਸਰਕਾਰਾਂ ਵੀ ਤੇ ਹੁਣ ਵਾਲੀਆਂ ਸਰਕਾਰਾਂ ਕੀ ਸਾਰੇ ਰਾਜਨੀਤਿਕ ਸਿਸਟਮ ਨੂੰ ਇੱਕੋ ਜਿਹਾ ਸਮਝਦੇ ਹੋ ਭਾਜੀ? ਨਹੀਂ, ਇੱਕ ਤਾਂ ਬਹੁਤ ਲੰਮੇ ਸਮੇਂ ਤੋਂ ਖੈਰ ਸਾਡੇ ਸਿਸਟਮ ਹੀ ਬਣ ਗਿਆ ਕਿ ਅਸੀਂ ਰੈਗੂਲਰ ਭਰਤੀ ਕਰਨਾ ਭੁੱਲ ਹੀ ਗਏ ਤੇ ਛੱਡ ਗਏ ਕਿ ਵੀ ਰੈਗੂਲਰ ਭਰਤੀ ਵੀ ਹੋਣੀ ਹੁੰਦੀ ਹੈ। ਹਾਲਾਂਕਿ ਐਜੂਕੇਸ਼ਨ ਕੋਈ ਕੈਜੂਅਲ ਵੇ ਨਹੀਂ, ਇਹ ਤਾਂ ਦਿੱਤੀ ਹੋ ਜਾਣੀ ਹੈ ਲਗਾਤਾਰ। ਇਹਦੇ 'ਚ ਤਾਂ ਕੋਈ ਕੰਟਰੈਕਟ ਦਾ ਜਾਂ ਬਿਲਕੁਲ ਹੀ ਇਹੋ ਜਿਹਾ ਕਿ ਤੁਹਾਨੂੰ ਸਬ ਸਟੈਂਡਰਡ ਲੈਵਲ ਦਾ ਬੰਦਾ ਰੱਖਣਾ ਹੋਵੇ ਤਾਂ ਉਹਨੇ ਪੜਾਉਣਾ ਕਿਵੇਂ ਹੈ ਜਿਹਨੂੰ ਕੋਈ ਤੁਸੀਂ ਪੈਸੇ ਹੀ ਨਹੀਂ ਦਿੰਦੇ। ਔਰ ਇਹ ਏਡਡ ਕਾਲਜਾਂ ਦੀ ਵੀ ਪ੍ਰੋਬਲਮ ਹੈ, ਲੰਬਾ ਸਮਾਂ ਨਹੀਂ ਭਰੀਆਂ ਜਾਂਦੀਆਂ ਕਈ ਵਾਰ ਉੱਥੇ ਵੀ ਪੋਸਟਾਂ। ਇੱਕ ਜ਼ਮਾਨੇ 'ਚ ਹਾਲਾਂਕਿ ਏਡਡ ਕਾਲਜ ਕਮਰਸ਼ੀਅਲ ਕਾਲਜ ਨਹੀਂ ਸੀ, ਇਹ ਐਜੂਕੇਸ਼ਨ ਪ੍ਰੋਵਾਈਡ ਕਰਨ ਦੇ ਲਈ ਗਵਰਨਮੈਂਟ ਉਹਨਾਂ ਨਹੀਂ ਸੀ ਕਰ ਸਕਦੀ, ਵੱਡੀਆਂ ਸੰਸਥਾਵਾਂ ਨੇ ਜ਼ਿੰਮੇਵਾਰੀ ਲਈ ਸੀ। ਪਰ ਹੌਲੀ ਹੌਲੀ ਉਹ ਵੀ ਕਮਰਸ਼ੀਅਲ ਐਂਗਲ ਤੋਂ ਪ੍ਰੋਜੈਕਟ ਬਣ ਗਿਆ, ਉਸ ਲੈਵਲ ਦਾ ਚੇਂਜ ਹੁੰਦੇ ਜਾਂਦੇ ਨੇ। ਮੈਨੇਜਮੈਂਟਾਂ ਜਦੋਂ ਉਸ ਪੋਜੀਸ਼ਨ ਆ ਜਾਂਦੀਆਂ ਨੇ ਕਿ ਹੁਣ ਅਸੀਂ ਕਬਜ਼ਾ ਵੀ ਰੱਖਣਾ, ਪੈਸਾ ਵੀ ਬਣਾਉਣਾ ਤੇ ਹੋਰ ਚੀਜ਼ਾਂ 'ਚ ਵੀ ਕਰਨੀਆਂ ਨੇ। ਈਵਨ ਇਕੱਲੇ ਏਡਡ ਕਾਲਜਾਂ ਦੇ ਨਹੀਂ, ਗਵਰਨਮੈਂਟ ਕਾਲਜਾਂ ਦਾ ਉਦੋਂ ਵੀ ਬੁਰਾ ਹਾਲ ਹੈ ਇਸ ਮਾਮਲੇ 'ਚ। ਤਾਂ ਹੁਣ 1996 ਦਾ ਜਿਹੜਾ ਇਹ ਸੀਗਾ ਤੋਂ ਬਾਅਦ 1996 ਤੋਂ ਬਾਅਦ ਲਗਾਤਾਰ ਜਿਹੜੀ ਭਰਤੀ ਹੈ ਉਹ ਬਹੁਤ ਘੱਟ ਹੋਈ ਹੈ, ਥੋੜੇ ਜਿਹੇ ਟੀਚਰਾਂ ਦੀ ਭਰਤੀ ਹੋਈ ਹੈ, ਬਾਕੀ ਹੋਈ ਹੋਣੀ। ਫਿਰ ਰਵੀ ਸਿੱਧੂ ਕੇਸ ਆ ਗਿਆ, ਉਹ ਰਵੀ ਸਿੱਧੂ ਕੇਸ ਦੇ ਵਿੱਚ ਭਰਤੀ ਜਿੰਨੀ ਹੋਈ ਸੀ ਉਸ ਤੋਂ ਬਾਅਦ ਕੇਸ ਹਾਈ ਕੋਰਟ ਹੈ। ਮੈਨੂੰ ਨਹੀਂ ਸਮਝ ਆਉਂਦੀ ਕਿ ਕੋਰਟਾਂ ਇਹ ਲਗਾਤਾਰ ਕਿਉਂ ਨਹੀਂ ਸੀ ਭਰ ਸਕਦੀਆਂ। ਬਿਡ ਪੈਂਡਿੰਗ ਇਨਕੁਆਰੀ ਜੋ ਵੀ ਹੁੰਦਾ, ਨਵੇਂ ਬੰਦੇ ਤਾਂ ਭਰਤੀ ਕਰਦੇ ਹੀ ਨਾ, ਜਦ ਤੱਕ ਹੋਰ ਰਿਟਾਇਰ ਹੋ ਜਾਂਦੇ, ਜੇ ਉਹਨਾਂ ਚੋਂ ਕੋਈ ਆਉਣ ਵਾਲੇ ਹੁੰਦੇ ਉਹ ਆ ਜਾਂਦੇ। ਔਰ 21,600 ਵੀ ਜਿਹੜਾ ਦਿੱਤਾ ਜਾ ਰਿਹਾ ਟੀਚਰਾਂ ਨੂੰ, ਉਹ ਵੀ ਆਪਦੇ ਪੱਲਿਓਂ ਨਹੀਂ ਦਿੱਤਾ ਜਾ ਰਿਹਾ। ਉਹਦੇ ਚੋਂ 11,600 ਤੁਸੀਂ ਬੱਚਿਆਂ ਦੇ ਪੱਲਿਓਂ ਦੇ ਰਹੇ ਹੋ, ਜਿਹਨੂੰ ਕਹਿੰਦੇ ਤੁਸੀਂ ਸਰਕਾਰੀ ਕਾਲਜਾਂ 'ਚ ਸਾਡੀ ਫੀਸ ਨਹੀਂ ਲੱਗਦੀ, ਉਹ PTA ਫੰਡ ਚੋਂ ਹੈ। ਹਰ ਬੱਚੇ ਨੂੰ PTA ਫੰਡ ਹੈ, 200 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਵੱਖ-ਵੱਖ ਕਾਲਜਾਂ ਦੇ ਵਿੱਚ PTA ਫੰਡ ਹੈ। ਇਹਦੇ ਨਾਲ ਕਾਲਜ ਮਾਰੇ ਗਏ ਨੇ, ਜਿਹੜੇ ਬਹੁਤ ਗਰੀਬ ਪੇਂਡੂ ਖੇਤਰਾਂ ਦੇ ਕਾਲਜ ਨੇ ਉਹ ਤਾਂ ਬੰਦ ਹੀ ਹੋ ਗਏ ਨੇ ਔਰ ਬੰਦ ਹੋ ਰਹੇ ਨੇ, ਬੱਚੇ ਹੀ ਨਹੀਂ ਜਾ ਰਹੇ, ਨਾ ਉੱਥੇ ਟੀਚਰ ਜਾ ਰਹੇ ਨੇ। ਔਰ ਇਹਨਾਂ ਕਾਲਜਾਂ ਦਾ ਤਾਂ ਪ੍ਰੋਬਲਮ ਇੱਥੋਂ ਤੱਕ ਚਲੀ ਗਈ ਕਿ ਪ੍ਰਿੰਸੀਪਲ ਨਹੀਂ ਹੈ ਤੁਹਾਡੇ ਕੋਲ, 5-5 ਕਾਲਜਾਂ ਦਾ ਚਾਰਜ ਇੱਕ ਪ੍ਰਿੰਸੀਪਲ ਕੋਲ ਹੈ, ਜਿਹੜੇ ਮਤਲਬ ਤਨਖਾਹਾਂ ਕਢਾਉਣੀਆਂ ਨੇ ਜਾਂ ਬਾਕੀ ਚੀਜ਼ਾਂ ਕਰਨੀਆਂ ਨੇ। ਈਵਨ ਜਿਹੜੀਆਂ ਸਟੇਟ ਲਾਇਬ੍ਰੇਰੀਆਂ ਨੇ ਕਈ ਜਗ੍ਹਾ,
ਉਹ ਲਾਇਬ੍ਰੇਰੀ ਦਾ ਇੰਚਾਰਜ ਵੀ ਪ੍ਰਿੰਸੀਪਲ ਹੈ, ਜਿਹੜਾ ਸੰਬੰਧਿਤ ਕਾਲਜ ਦਾ ਮਤਲਬ ਗਾਹ ਤੋਂ ਗਾਹ ਜਾ ਕੇ ਉਹਨੇ ਮੈਨੇਜਮੈਂਟ ਕੀ ਕਰਨੀ ਹੈ, ਉਹਨੇ ਕਾਲਜ ਕੀ ਸੰਭਾਲਣਾ ਹੈ। ਇਹ ਬੜੀ ਜ਼ਿਆਦਾ ਇੱਕ ਮੈਚ ਹੈ, ਮਿਸ ਹੈਂਡਲਿੰਗ ਹੈ। ਮਤਲਬ ਗਵਰਨਮੈਂਟਾਂ ਨੇ ਐਜੂਕੇਸ਼ਨ ਵੱਲ ਨੂੰ ਤਰਜੀਹ ਨਹੀਂ ਦਿੱਤੀ। ਸਾਡੇ ਸ਼ਾਇਦ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਸੁਪਨਾ ਹੀ ਅਸੀਂ ਇੱਥੇ ਮਾਰਤਾ ਕਿ ਇੱਥੇ ਉਹ ਡਾਕਟਰ ਬਣਨ, ਸਾਇੰਟਿਸਟ ਬਣਨ, ਪ੍ਰੋਫੈਸਰ ਬਣਨ, ਉਧਰ ਨੂੰ ਜਾਣ। ਉਹਨਾਂ ਨੂੰ ਪਤਾ ਲੱਗ ਗਿਆ ਵੀ ਆਪਾਂ ਕਰਨੀ ਤਾਂ ਦਿਹਾੜੀ ਹੈ, +2 ਕਰੋ, ਆਈਲੈਟਸ ਕਰੋ, ਬਾਹਰ ਜਾਓ, ਉੱਥੇ ਜਾ ਕਿਸੇ ਦੀ ਬੱਸ ਚਲਾਓ, ਟਰਾਲਾ ਚਲਾਓ, ਜੋ ਮਰਜ਼ੀ ਚਲੋ, ਤੇ ਉਹਨਾਂ ਦੀ ਜ਼ਿੰਦਗੀ ਉੱਥੇ ਤੱਕ ਸੀਮਤ ਕਰਤੀ ਹੈ। ਔਰ ਇਹ ਗਵਰਨਮੈਂਟ ਅਪਰੋਚ ਨੇ ਕੀਤੀ ਹੈ, ਜਿੱਥੇ ਨਾ ਰੂਲ ਆਫ ਲਾ ਹੈ, ਨਾ ਰੂਲ ਔਰ ਪ੍ਰੋਸੀਜਰ ਹੈ, ਨਾ ਮੈਰਿਟ ਦੇ ਆਧਾਰ ਤੇ ਲੋਕਾਂ ਨੂੰ ਕੋਈ ਆਇਆ ਹੈ ਕਿ ਮੈਂ ਇੰਨਾ ਪੜ੍ਹ ਗਿਆ ਜਾਂ ਮੈਂ ਐਗਜ਼ਾਮ ਪਾਸ ਕਰ ਲਿਆ ਮੈਨੂੰ ਨੌਕਰੀ ਮਿਲਣੀ ਹੈ। ਇਹ ਬਹੁਤ ਗੱਲਾਂ ਉਹਦੇ ਨਾਲ ਜੁੜ ਜਾਂਦੀਆਂ ਨੇ, ਫਿਰ ਉਹਦੇ ਨਾਲ ਨਾ ਉਮੀਦੀ ਪੈਦਾ ਹੋ ਜਾਂਦੀ ਹੈ। ਉਹ ਨਾ ਉਮੀਦ ਬੰਦਾ ਫਿਰ ਆਪਣੇ ਲਈ ਕਿਤੇ ਹੋਰ ਰਸਤਾ ਲੱਭਦਾ, ਉਹ ਇੱਥੇ ਨਹੀਂ ਰਹਿੰਦਾ। ਅਮੀਰ ਭਾਜੀ ਉਹਨਾਂ ਨੇ ਮਿਸ ਮੈਨੇਜਮੈਂਟ ਦੀ ਗੱਲ ਕੀਤੀ, ਪਰ ਇੱਥੇ ਤਾਂ ਪੈਸੇ ਦਾ ਖੇਡ ਲੱਗਦਾ। ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਡਾਕਟਰ ਸਾਹਿਬ, ਤੁਸੀਂ ਏਡਡ ਕਾਲਜਾਂ ਦੀ ਗੱਲ ਕਰੋ, ਮੈਂ ਜਾਣਨਾ ਚਾਹੁੰਦਾ ਕਿ ਕਿੰਨੇ ਏਡਡ ਕਾਲਜ ਨੇ, ਤੇ ਏਡਡ ਦਾ ਮਤਲਬ ਹੁੰਦਾ ਏਡ ਦੇ ਸਹਾਰੇ ਚੱਲਣ ਵਾਲੇ, ਹੈ ਨਾ। ਤੇ ਏਡ ਦੇ ਪਿੱਛੇ ਵੀ ਕੋਈ ਖੇਡ ਹੈ ਕਿ ਯੂਨੀਵਰਸਿਟੀਆਂ ਜਾਂ ਇਹਨਾਂ ਕਾਲਜਾਂ ਨੇ ਵਿਦਿਆਰਥੀਆਂ ਦੇ ਕੁਝ ਭਲੇ ਲਈ ਉਸਾਰਿਆ ਜਾਂ ਆਪਣੀਆਂ ਜਾਇਦਾਦਾਂ ਬਣਾਈਆਂ? ਸਰ, ਇਹ ਜਿਹੜੀ ਤੁਸੀਂ ਏਡ ਦੀ ਗੱਲ ਕੀਤੀ ਹੈ, 1978 ਦੇ ਵਿੱਚ ਇਹ ਗ੍ਰਾਂਟਨੇਟ ਸਕੀਮ ਆਈ ਸੀ ਪੰਜਾਬ ਦੇ ਵਿੱਚ। ਉਸ ਤੋਂ ਪਹਿਲਾਂ ਸਾਰੇ ਅਨਏਡਡ ਹੀ ਹੁੰਦਾ ਸੀਗਾ। ਠੀਕ ਹੈ ਜੀ। 1978 ਚ ਜਦੋਂ ਇਹ ਗ੍ਰਾਂਟਨੇਟ ਸਕੀਮ ਆਈ ਤਾਂ 136 ਕਾਲਜ ਅੱਜ ਦੀ ਡੇਟ ਦੇ ਵਿੱਚ ਪੰਜਾਬ ਚ ਏਡ ਲੈ ਰਹੇ ਨੇ ਪੰਜਾਬ ਸਰਕਾਰ ਦੇ ਕੋਲ। ਕੁੱਲ ਕਾਲਜ ਕਿੰਨੇ ਨੇ ਆਪਣੇ? ਕੁੱਲ ਕਾਲਜ ਜਿਹੜੇ 600 ਦੇ ਲਗਭਗ ਹੈ, ਉਹਨਾਂ ਚੋਂ 136 ਕਾਲਜ ਜਿਹੜੇ ਨੇ ਇਹਨਾਂ ਤਿੰਨੋਂ ਯੂਨੀਵਰਸਿਟੀਆਂ ਦੇ ਅੰਡਰ ਜਿਹੜੇ ਕੰਮ ਕਰ ਰਹੇ ਨੇ, ਤਾਂ ਉਹਨਾਂ ਚੋਂ 136 ਏਡ ਲੈ ਰਹੇ ਨੇ। ਔਰ 44 ਵਰੇ ਹੋ ਗਏ, 78 ਦੀ ਇਹ ਗ੍ਰਾਂਟਨੇਟ ਸਕੀਮ ਆਈ ਹੈ। ਇਸ ਗ੍ਰਾਂਟਨੇਟ ਸਕੀਮ ਦਾ ਨਾਮ ਹੈ ਡੈਫੀਸਿਟ ਗ੍ਰਾਂਟਨੇਟ ਸਕੀਮ। ਠੀਕ ਹੈ ਜੀ। ਕਿ ਜਿਹੜਾ ਡੈਫੀਸਿਟ ਹੈ ਉਹ ਸਰਕਾਰ ਨੇ ਦੇਣਾ। 95% ਉਦੋਂ ਗੱਲ ਹੋਈ ਸੀਗੀ, ਪਾੜਾ ਰਹਿ ਗਿਆ 95 ਦੇਣਾ, ਜੇ 75 ਹੈ ਤੇ 75 ਦੇਣਾ, ਜੇ 80 ਹੈ ਤੇ 80 ਹੈ। ਉਹਦੇ ਚ ਸਰਕਾਰਾਂ ਨੇ ਵੀ ਕਈ ਵਾਰੀ ਸਮੇਂ-ਸਮੇਂ ਤੇ ਇਹ ਜਾਣਬੁੱਝ ਕੇ ਵੀ ਪਾੜਾ ਜਿਹੜਾ ਉਹ ਆਪ ਹੀ ਵਧਾ ਲਿਆ। ਇਹ ਮੈਨੂੰ ਯਾਦ ਆ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ ਇੱਕ ਵਾਰੀ ਇਹ 50% ਤੱਕ ਵੀ ਲੈ ਗਏ ਸੀਗੇ, ਜਿਹਦੇ ਚ ਫਿਰ ਸਾਡੀਆਂ ਟੀਚਰ ਯੂਨੀਅਨਾਂ ਨੇ ਬੜੀ ਜਦੋਜਹਿਦ ਕੀਤੀ, ਧਰਨੇ ਲਾਏ, ਮੁਜ਼ਾਹਰੇ ਕੀਤੇ, ਤੇ ਫਿਰ ਜਾ ਕੇ ਇਹਨੂੰ 95 ਤੇ ਕਰਵਾਇਆ। ਲੇਕਿਨ ਹੁਣ ਇਹਦੇ ਚ ਗੱਲ ਆਉਂਦੀ ਹੈ ਕਿ ਮੈਨੇਜਮੈਂਟਾਂ ਜਿਹੜੀਆਂ ਨੇ ਉਹ 95% ਤਾਂ ਲੈਂਦੀਆਂ ਰਹੀਆਂ, ਲੇਕਿਨ ਜਿੱਥੇ ਸਵਾਲ ਹੈ ਪਿਛਲੇ 2 ਦਹਾਕਿਆਂ ਤੋਂ, 2 ਡੈਕੇਡਸ ਤੋਂ ਅਸੀਂ ਦੇਖ ਰਹੇ ਹਾਂ, ਜਿਹੜੀ ਸਰ ਨੇ ਵੀ ਗੱਲ ਕੀਤੀ ਹੈ ਕਿ ਟੀਚਰਾਂ ਦਾ ਹਾਲ ਬੜਾ ਮਾੜਾ ਕਰ ਦਿੱਤਾ। ਤੁਸੀਂ ਵਿਦਿਆਰਥੀਆਂ ਤੋਂ ਫੀਸਾਂ ਲੈ ਰਹੀਆਂ, ਤੁਸੀਂ ਸਰਕਾਰ ਤੋਂ ਗ੍ਰਾਂਟਾਂ ਲੈ ਰਹੀਆਂ, ਤੇ ਤੁਸੀਂ ਜਿਹੜੇ ਪੈਸੇ ਦੇਣ ਨੂੰ ਤੁਹਾਡੇ ਕੋਲ ਕਹਿੰਦੇ ਹੈ ਨਹੀਂਗੇ, ਅਧਿਆਪਕ ਹੈ ਨਹੀਂ ਜੀ। ਪਿੱਛੇ ਜਿਹਦਾ ਕੇਸ ਹੈ, ਫਿਰੋਜ਼ਪੁਰ ਦਾ ਇੱਕ ਵੱਡਾ ਕਾਲਜ ਹੈ, ਉੱਥੇ ਕੁਝ ਟੀਚਰਾਂ ਨੇ ਡੀਪੀਆਈ ਦਫ਼ਤਰ ਸ਼ਿਕਾਇਤ ਕੀਤੀ। ਅੱਛਾ ਜੀ। ਡੀਪੀਆਈ ਦਫ਼ਤਰ ਨੇ ਉਸ ਕਾਲਜ ਦੀ ਮੈਨੇਜਮੈਂਟ ਨੂੰ ਬੁਲਾਇਆ ਤੇ ਉਹ ਕਹਿੰਦੇ ਜੀ ਸਾਡੇ ਕੋਲ ਪੈਸੇ ਹੈ ਨਹੀਂ ਦੇਣ ਨੂੰ, ਅਸੀਂ ਪੈਸੇ ਕਿੱਥੋਂ ਦਈਏ। ਸਾਨੂੰ ਵੀ ਪਤਾ ਲੱਗਿਆ, ਅਸੀਂ ਡੀਪੀਆਈ ਨੂੰ ਕਿਹਾ ਜੀ ਸਾਡੇ ਕੋਲ ਇੱਕ ਰਿਕਾਰਡ ਹੈ, ਉਸ ਕਾਲਜ ਜਿਹੜਾ ਸੁਸਾਇਟੀ ਦੇ ਅੰਡਰ ਉਹ ਚੱਲ ਰਿਹਾ, ਉਹਨਾਂ ਨੇ ਆਹ ਸਾਲਾਂ ਦੇ ਵਿੱਚ, ਪਿਛਲੇ 3-4 ਸਾਲਾਂ 'ਚ ਹੀ ਇੱਕ 66 ਲੱਖ ਰੁਪਏ ਦੀ BMW ਗੱਡੀ ਕਢਾਈ ਹੈ, ਇੱਕ 16 ਜਾਂ 17 ਲੱਖ ਦੀ ਕੀਆ ਮੋਟਰਸ ਦੀ ਗੱਡੀ ਕਢਾਈ ਹੈ। ਜਿਹੜੀਆਂ ਸੁਸਾਇਟੀਜ਼ 80-80 ਲੱਖ ਦੀਆਂ ਗੱਡੀਆਂ ਕਢਾ ਰਹੀਆਂ ਨੇ, ਉਹ ਕਹਿੰਦੇ ਸਾਡੇ ਕੋਲ ਪ੍ਰੋਫੈਸਰਾਂ ਨੂੰ ਦੇਣ ਨੂੰ ਪੈਸਾ ਹੈ ਨਹੀਂਗਾ। ਲੁਧਿਆਣੇ ਦਾ ਇੱਕ ਕਾਲਜ ਹੈ ਜਿੱਥੇ 18-20 ਲੱਖ ਰੁਪਏ ਦੀ ਕਾਲਜ ਨੇ ਹੁਣੀ ਗੱਡੀ ਕਢਾਈ ਹੈ, ਲੇਕਿਨ ਉੱਥੇ ਦੇ ਰਿਟਾਇਰਡ ਪ੍ਰੋਫੈਸਰ ਕੋਰਟ ਜਾਣ ਦੀ ਤਿਆਰੀ 'ਚ ਨੇ ਵੀ ਸਾਨੂੰ ਏਰੀਅਰਸ ਨਹੀਂ ਦਿੱਤੇ ਗਏ। ਉਹ ਮਰ ਰਹੇ ਨੇ ਕਿਉਂਕਿ ਸਾਡੇ ਕਾਲਜ ਦੇ ਟੀਚਰਸ ਦੇ ਕੋਲ ਪੈਨਸ਼ਨ ਤਾਂ ਹੈ ਨਹੀਂਗੀ। ਉਹਦੇ ਪਿੱਛੇ ਸੁਪਰੀਮ ਕੋਰਟ 'ਚ ਕੇਸ ਲੱਗਾ ਹੋਇਆ। ਉਹ ਲੈ ਦੇ ਕੇ ਉਹਨਾਂ ਦੇ ਕੋਲ ਇੱਕ ਗ੍ਰੈਚੁਟੀ ਹੈ, ਉਹਨਾਂ ਦੇ ਕੋਲ ਲੀਵ ਇਨਕੈਸ਼ਮੈਂਟ ਦੇ ਪੈਸੇ ਨੇ, ਉਹਨਾਂ ਦੇ ਕੋਲ ਆ ਏਰੀਅਰਸ ਜਿਹੜੇ ਹੁੰਦੇ ਆ, ਉਹ ਉਹਨਾਂ ਨੇ ਆਪਣੀ ਜ਼ਿੰਦਗੀ ਬੁਢਾਪਾ ਜਿਹੜਾ ਕੱਟਣਾ, ਉਹ ਪੈਸਾ ਦੇਣ ਨੂੰ ਮੈਨੇਜਮੈਂਟ ਦੇ ਕੋਲ ਹੈ ਨਹੀਂਗਾ, ਲੇਕਿਨ ਆਹ ਕੰਮਾਂ ਦੇ ਲਈ ਮੈਨੇਜਮੈਂਟਾਂ ਦੇ ਕੋਲ ਪੈਸਾ ਹੈਗਾ। ਸੋ ਅਸੀਂ ਸਰਕਾਰ ਨੂੰ ਇਹ ਗੱਲ ਕਹੀ ਸੀ। ਇਹ ਕੱਲੀਆਂ ਗੱਡੀਆਂ ਤੱਕ ਹੀ ਸੀਮਤ ਹੈ ਕਿ ਜ਼ਮੀਨਾਂ ਤੱਕ ਵੀ ਚਲੇ ਗਏ? ਮੈਂ ਹੁਣੇ ਹੀ ਦੱਸਦਾ ਜੀ, ਬਿਲਕੁਲ ਠੀਕ ਕਿਹਾ ਤੁਸੀਂ। ਅਸੀਂ ਜਦੋਂ ਸਰਦਾਰ ਗੁਰਮੀਤ ਸਿੰਘ ਮੀਤ ਹੋਰਾਂ ਨੂੰ ਮਿਲੇ ਤਾਂ ਅਸੀਂ ਉਹਨਾਂ ਨੂੰ ਇੱਕ ਰਿਪੋਰਟ ਪੇਸ਼ ਕੀਤੀ, ਉਹਦੇ ਚ ਅਸੀਂ ਕਾਲਜਾਂ ਦੇ ਰਿਕਾਰਡ ਦਿੱਤੇ, ਅਸੀਂ ਜ਼ਮੀਨਾਂ ਦੇ ਕਾਗਜ਼ ਦਿਖਾਏ ਕਿ ਆ 3-3, 4-4, 5-5, 6-6 ਕਰੋੜ ਦੀਆਂ ਜ਼ਮੀਨਾਂ ਖਰੀਦੀਆਂ ਕਾਲਜਾਂ ਨੇ, ਔਰ ਉਹਨਾਂ ਨੇ ਇਹ ਪ੍ਰਾਪਰਟੀ ਡੀਲਰਾਂ ਦੇ ਅੱਡੇ ਬਣਾ ਲਏ ਆ ਕਿ ਅਸੀਂ ਜ਼ਮੀਨ ਖਰੀਦ ਲਈਏ 6 ਸਾਲ ਪਹਿਲਾਂ ਤੇ ਅਸੀਂ ਇਹ ਜ਼ਮੀਨ ਰੱਖੀ ਹੋਈ ਹੈ, ਉਹਦਾ ਕੋਈ ਫਾਇਦਾ ਨਹੀਂ ਹੈ, ਕੋਈ ਐਕਸਪੈਂਡ ਨਹੀਂ ਕੀਤਾ ਗਿਆ। 6-6 ਕਿਲੋਮੀਟਰ ਪਰਾਂ ਕਾਲਜ ਤੋਂ ਲੈ ਲਈ, ਜਿਸ ਕਾਲਜ ਦੀ ਮੈਂ ਗੱਲ ਕੀਤੀ ਉਸੇ ਕਾਲਜ ਦੀ ਮੈਨੇਜਮੈਂਟ ਨੇ ਲਈ 3 ਕਰੋੜ ਰੁਪਏ ਦੀ ਜ਼ਮੀਨ। ਨਾਰਮ ਤਾਂ ਕਹਿੰਦਾ ਕਿਲੋਮੀਟਰ ਦੇ ਅੰਦਰ, ਉਹ ਕਹਿੰਦਾ ਜੀ 1.5 ਕਿਲੋਮੀਟਰ ਦੇ ਅੰਦਰ ਤੁਸੀਂ ਕੋਈ ਐਕਸਪੈਂਡਨ, ਤੁਸੀਂ ਕੋਈ ਗਰਾਊਂਡਸ ਬਣਾਣੇ ਆ, ਕੋਈ ਹਾਕੀ ਦੀ ਗਰਾਊਂਡ ਬਣਾਣਾ, ਕੋਈ ਹੋਸਟਲ ਬਣਾਣਾ, ਤੁਸੀਂ 6 ਕਿਲੋਮੀਟਰ ਲੈ ਕੇ ਰੱਖਿਆ। ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਹਾਲ ਹੈਗਾ, ਇਸੇ ਤਰ੍ਹਾਂ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਹਾਲ ਹੈਗਾ। ਜਾਂ ਇਨਵੈਸਟਮੈਂਟ ਹੈ ਜੀ। ਹੋਰ ਮੈਂ ਤੁਹਾਨੂੰ ਦੱਸ ਰਿਹਾ, ਕੁਝ ਕਾਲਜਾਂ ਨੇ, ਵੱਡੇ ਕਾਲਜਾਂ ਨੇ ਸਰਕਾਰ ਤੋਂ ਏਡ ਲਈ, ਦੂਜੇ ਪਾਸੇ ਆਪਣੇ ਸੈਲਫ ਫਾਈਨਾਂਸਡ ਕਾਲਜ ਖੋਲ ਲਏ।
ਪੰਜਾਬ ਦਾ ਇੱਕ ਵੱਡਾ ਕਾਲਜ ਹੈ ਜਲੰਧਰ ਦੇ ਵਿੱਚ, ਉਹਨੇ ਆਪਣੇ 4 ਕਾਲਜ ਨਾਲ ਖੋਲੇ ਹੋਏ ਨੇ ਸੈਲਫ ਫਾਈਨਾਂਸਡ। ਅਸੀਂ ਸਰਕਾਰ ਨੂੰ ਕਿਹਾ ਜੀ ਜਾਂਚ ਕਰਾ ਲਓ। ਮੈਂ ਈਵਨ ਤੁਹਾਨੂੰ ਦੱਸਾਂ ਤੁਹਾਡੇ ਦਰਸ਼ਕਾਂ ਲਈ, ਪੰਜਾਬ ਦੇ ਜਿਹੜੇ ਆਡਿਟ ਮਹਿਕਮਾ ਹੈ ਉਹਦੇ ਏਜੀ ਨੂੰ ਵੀ ਇੱਕ ਚਿੱਠੀ ਲਿਖੀ ਹੋਈ ਹੈ। ਮੈਂ ਉਹਨਾਂ ਨੂੰ ਕਿਹਾ ਜੀ ਵੀ ਆਹ ਕਾਲਜ ਨੇ, ਸਾਰੇ ਉਹਨਾਂ ਦੇ ਨਾਲ ਪ੍ਰੂਫ ਲਾਏ ਨੇ, ਇਹਨਾਂ ਦੀਆਂ ਸਪੈਸ਼ਲ ਜਿਹੜੀਆਂ ਫਾਈਨੈਂਸ਼ੀਅਲ ਆਡਿਟਸ ਕਰਵਾਈਆਂ ਜਾਣ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ, ਕਲੀਅਰ ਹੋ ਜਾਊਗਾ ਲੋਕਾਂ ਨੂੰ ਵੀ ਇਹ ਜਿਹੜੀ ਸਰਕਾਰ ਕੋਲੋਂ ਗ੍ਰਾਂਟ ਲੈਂਦੇ ਰਹੇ ਨੇ, ਗ੍ਰਾਂਟ ਅਸੀਂ ਮੰਨਦੇ ਹਾਂ ਦੇਣੀ ਚਾਹੀਦੀ ਹੈ ਸਰਕਾਰ ਨੂੰ, ਸਰਕਾਰ ਵੈਲਫੇਅਰ ਸਟੇਟ ਹੈ ਸਾਡਾ ਕਨਸੈਪਟ ਜਿਹੜਾ ਉਹ ਦੇਣੀ ਚਾਹੀਦੀ ਹੈ, ਪਰ ਜਿੱਥੇ ਕੰਮ ਲਈ ਵਰਤਣੀ ਚਾਹੀਦੀ ਹੈ ਉਹ ਕਿਉਂ ਨਹੀਂ ਹੈ? ਔਰ ਤੁਸੀਂ ਹੈਰਾਨ ਹੋਵੋਗੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਜੇ ਤੁਸੀਂ ਕਾਲਜਾਂ ਦੇ ਵਿੱਚ ਫੀਸਾਂ ਤੈਅ ਕਰਨੀਆਂ, ਉਹ ਪੰਜਾਬ ਯੂਨੀਵਰਸਿਟੀ 'ਚ ਇੱਕ ਫੀ ਕਮੇਟੀ ਬਣਦੀ, ਬਿਲਕੁਲ ਉਹਨੇ ਤੈਅ ਕਰਨਾ। ਮੈਂ ਕਈ ਵਾਰੀ ਕਹਿ ਚੁੱਕਾ, ਲੁਧਿਆਣੇ ਦੇ ਵਿੱਚ ਤੁਸੀਂ ਚਲੇ ਜਾਓ, ਸਭ ਤੋਂ ਵੱਡਾ ਸ਼ਹਿਰ ਪੈਂਦਾ ਲੁਧਿਆਣਾ, ਸ਼ਹਿਰ ਦੇ ਅੰਦਰ 14 ਕਾਲਜ ਨੇ। ਠੀਕ ਹੈ ਜੀ। ਪੰਜਾਬ ਯੂਨੀਵਰਸਿਟੀ ਨੇ ਕਿਹਾ ਵੀ ਫਲਾਣੇ ਕੋਰਸ ਦੀ ਜਿਹੜੀ ਫੀ ਹੈ, ਸਪੋਜ਼ ਕਮਰਸ ਦੀ ਗੱਲ ਕਰ ਲਈਏ ਤਾਂ ਤੁਸੀਂ 30,000 ਫੀਸ ਲੈਣੀ ਹੈ। ਠੀਕ ਹੈ ਜੀ। ਤੁਸੀਂ ਲੁਧਿਆਣੇ 'ਚ ਚਲੇ ਜਾਓ, ਇੱਕ ਕਾਲਜ ਲੈਣ ਡਿਆ 82,000 ਰੁਪਈਆ, ਦੂਜਾ 56,000 ਰੁਪਈਆ। ਏਡਡ ਕਾਲਜਾਂ ਦੀ ਗੱਲ ਕਰ ਇਹ ਜੀ ਮੈਂ ਦੱਸ ਰਿਹਾ, ਏਡਡ ਵੀ ਹੈ ਤੇ ਅਨਏਡਡ ਵੀ ਹੈ। ਅੱਛਾ। ਇੱਕ 46,000 ਰੁਪਈਆ, ਚਾਹੇ ਉਹ ਕਾਲਜ ਅਨਏਡਡ ਹੈ ਲੇਕਿਨ ਐਫੀਲੀਏਸ਼ਨ ਉਹਨੇ ਪੰਜਾਬ ਯੂਨੀਵਰਸਿਟੀ ਤੋਂ ਲਈ ਹੋਈ ਹੈ, ਤੇ ਪੰਜਾਬ ਯੂਨੀਵਰਸਿਟੀ ਦਾ ਕੋਈ ਚੈੱਕ ਨਹੀਂ ਹੈ। ਪੰਜਾਬ ਯੂਨੀਵਰਸਿਟੀ ਇਹ ਪੁੱਛਦੀ ਨਹੀਂ ਹੈ ਵੀ ਤੁਸੀਂ ਬੱਚਿਆਂ ਨੂੰ ਕਿਉਂ ਲੁੱਟਿਆ ਜਾ ਰਿਹਾ, ਉਹਨਾਂ ਦੇ ਮਾਪਿਆਂ ਨੂੰ ਕਿਉਂ ਲੁੱਟਿਆ ਜਾ ਰਿਹਾ। ਮਤਲਬ ਇੱਕ ਕਾਲਜ 28,000 ਵੀ ਲੈ ਰਿਹਾ ਤੇ ਦੂਜਾ 46,000 ਉਸੇ ਸ਼ਹਿਰ ਦੇ ਵਿੱਚ ਲੈ ਰਿਹਾ। ਇਹ ਵਿਦਿਆਰਥੀਆਂ ਦੇ ਨਾਲ ਕਿੰਨੀ ਬੇਇਨਸਾਫੀ, ਉਹਨਾਂ ਦੇ ਮਾਪਿਆਂ ਦੇ ਨਾਲ। ਤੇ ਹੁਣ ਜਿਹੜੀ ਸਰ ਗੱਲ ਕਹਿ ਰਹੇ ਆ ਬੱਚੇ ਕਿਉਂ ਨਾ ਦੌੜਨਗੇ, ਮੈਨੂੰ ਦੱਸੋ ਭਾਜੀ। ਆਪਾਂ ਤਾਂ ਇਸ ਐਂਗਲ ਤੋਂ ਹੀ ਮੈਂ ਤਾਂ ਮਹਿਸੂਸ ਕਰਦਾ ਹੁੰਦਾ ਸੀ ਕਿ ਪੰਜਾਬ 'ਚ ਬੇਰੁਜ਼ਗਾਰੀ ਦਾ ਜੁੜੇ ਇਸ਼ੂ ਹੈ, ਪਰ ਇਹ ਤਾਂ ਕਾਲਜਾਂ ਦਾ ਇੱਕ ਨਵਾਂ ਸਿੱਖਿਆ ਮਾਫੀਆ, ਇੱਕ ਏਡਡ ਕਾਲਜਾਂ ਦਾ ਮਾਫੀਆ ਵੱਖਰੀ ਤਰ੍ਹਾਂ ਦਾ, ਪ੍ਰਾਈਵੇਟ ਦਾ ਵੱਖਰੀ ਤਰ੍ਹਾਂ ਦਾ, ਤੇ ਜੁਆਇੰਟ ਇੱਕ ਮਾਫੀਆ ਕੰਮ ਕਰਦਾ। ਸੋ ਜਿਹੜੇ ਆਪਣੀ ਯੂਨੀਵਰਸਿਟੀ ਤੋਂ ਜਿੱਥੋਂ ਮਨਜ਼ੂਰੀ ਲੈ ਕੇ ਕਾਲਜ ਚੱਲਦੇ ਨੇ, ਉਹਦੇ ਫੀਸਾਂ ਦਾ ਨਿਯਮ ਨਹੀਂ ਪਾਲਦੇ ਤੇ ਵਿਦਿਆਰਥੀਆਂ ਦੀ ਜੇਬਾਂ ਵੀ ਕੱਟ ਰਹੇ ਨੇ ਤੇ ਆਪਣੇ ਮੁਨਾਫੇ ਵੀ ਕਮਾ ਰਹੇ ਨੇ। ਫਿਰ ਇੱਥੇ ਲੜਾਈ ਤਾਂ ਕਈ ਪਹਿਲੂਆਂ ਤੇ ਲੜਨ ਦੀ ਹੈ। ਨਹੀਂ, ਇਹਦੇ ਤੇ ਇਸ ਕਰਕੇ ਵੀ ਇੱਕ ਗੱਲ ਹੈ ਕਿਉਂਕਿ ਜਿਹੜੀਆਂ ਇਹ ਮੈਨੇਜਮੈਂਟਾਂ ਨੇ, ਇਹਨਾਂ ਵਿੱਚ ਪੋਲੀਟੀਸ਼ੀਅਨ ਦੀ ਇਨਵੋਲਵਮੈਂਟ ਵੀ ਹੈ। ਬਹੁਤ ਥਾਵਾਂ ਤੇ ਪੋਲੀਟੀਸ਼ੀਅਨ ਦਾ ਡਾਇਰੈਕਟ ਭਲਾ ਹੈ ਉਹਦੇ ਵਿੱਚ। ਭਲਾ ਦਾ ਮਤਲਬ ਇਨਵਰਟਡ ਕੌਮੇ 'ਚ ਲਿਖੋ ਕਿ ਉਹ ਜਦੋਂ ਉਹਦੇ ਵਿੱਚ ਸ਼ਾਮਲ ਨੇ ਤੇ ਉਹਦੇ 'ਚ ਉਹ ਇਲੈਕਸ਼ਨ ਵੀ ਲੱਭਦਾ ਹੈ ਕਿ ਮੇਰੀ ਇਲੈਕਸ਼ਨ ਦਾ ਖਰਚਾ ਵੀ ਸ਼ਾਇਦ ਇਹਦੇ ਵਿੱਚੋਂ ਨਿਕਲਿਆ ਆਵੇ, ਜਾਂ ਅੱਧੇ ਬੰਦਿਆਂ ਨੂੰ ਸਰਚਾਉਣ ਦਾ ਤਰੀਕਾ ਵੀ ਇਹਦੇ 'ਚੋਂ ਨਿਕਲਿਆ ਆਵੇ। ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਨਾ, ਕਹਿੰਦੇ ਸੀ ਐਜੂਕੇਸ਼ਨ ਬੂਮ ਆ ਗਈ, ਟੈਕਨੀਕਲ ਕਾਲਜ ਇੰਨੇ ਬਣ ਗਏ, ਇੰਨੇ ਨਰਸਿੰਗ ਕਾਲਜ ਬਣ ਗਏ, ਇੰਨੇ ਪਤਾ ਨਹੀਂ ਕਿੰਨੇ ਕਿੰਨੇ ਕਾਲਜ ਬਣਾ ਲਏ ਲੋਕਾਂ ਨੇ ਆਪਣੇ ਤਰੀਕੇ ਦੇ ਨਾਲ। ਔਰ ਉਹ ਬਣਾ ਕੇ ਜਿੰਨੀ ਛਿੱਲ ਲਾਹੀ, ਜਿਹੜੀ ਉਹਦੇ ਚ ਕੁਆਲਿਟੀ ਆਫ ਐਜੂਕੇਸ਼ਨ ਸੀ, ਬੱਚੇ ਨੂੰ ਕੋਈ ਪੁੱਛਦਾ ਸੀ ਕਿਤੇ ਜਾ ਕੇ। ਇੱਕ ਵਾਰ ਜਾਲੀ ਜਾ ਕਰਕੇ ਕੰਪਨੀਆਂ ਆ ਗਈਆਂ ਤੁਹਾਡੇ ਕਾਲਜ ਕੈਂਪਸ ਜਾਂ ਸੋ ਕਾਲਡ ਯੂਨੀਵਰਸਿਟੀਆਂ ਚ ਵੀ ਦੇਖੋ ਜੀ ਤੁਹਾਡੀ ਪਲੇਸਮੈਂਟ ਹੋ ਗਈ, ਤੁਹਾਨੂੰ ਮੁੜ ਕੇ ਇੱਕੋ ਚਿੱਠੀ ਆਉਂਦੀ ਹੈ, ਮੁੜ ਕੇ ਅਪਾਇੰਟਮੈਂਟ ਵਾਲੀ ਤਾਂ ਚਿੱਠੀ ਨਹੀਂ ਕਿਸੇ ਨੂੰ ਆਉਂਦੀ। ਇਹ ਕਦੇ ਕੋਈ ਉਹ ਖਬਰ ਤਾਂ ਛਪ ਜਾਂਦੀ ਹੈ ਕਿ ਇੰਨੇ ਵੱਡੇ ਪੱਧਰ ਤੇ ਛਪੀ, ਪਿੱਛੇ ਜਾ ਕੇ ਪਿੱਛਾ ਕੌਣ ਕਰਦਾ ਹੈ ਕਿ ਮੁੜ ਕੇ ਅਪਾਇੰਟਮੈਂਟ ਲੈਟਰ ਲਈ ਤਾਂ ਆਈ ਨਹੀਂ। ਇੱਕ ਤਾਂ ਉਹ ਬਹੁਤ ਬੜਾ ਮਾਮਲਾ ਹੈ ਕਿਉਂਕਿ ਜਿਹੜਾ ਮਾਫੀਆ ਬਣਦਾ ਨਾ, ਉਹ ਵਿਦਆਊਟ ਪੋਲੀਟੀਸ਼ੀਅਨ ਤੇ ਵਿਦਆਊਟ ਬਿਊਰੋਕਰੇਟ ਦੀ ਨੈਕਸਸ ਤੋਂ ਨਹੀਂ ਬਣ ਸਕਦਾ। ਨਹੀਂ ਤਾਂ ਉਹ ਜਿਵੇਂ ਕਹਿੰਦੇ ਨੇ, ਬਾਦਲ ਸਾਹਿਬ ਬੜੀ ਵਾਰ ਇਹ ਕਹਿੰਦੇ ਸੀ ਪ੍ਰੈਸ ਕਾਨਫਰੰਸ, ਕਾਕਾ ਮੈਨੂੰ ਤਾਂ ਕੀੜੀ ਵੀ ਫਿਰਦੀ ਦਿੰਦੀ ਆ ਕਿਤੇ ਕਿਤੇ, ਜਿੱਥੇ ਦਿੰਦੀ ਆ ਨਾ ਜਿੱਥੇ, ਪਰ ਉਹ ਫਿਰ ਕੀੜੀ ਫਿਰ ਹਾਥੀ ਵੀ ਫਿਰਦਾ ਨਜ਼ਰ ਨਹੀਂ ਆਉਂਦਾ ਜਦੋਂ ਉਦੋਂ ਬਾਅਦ, ਜਦੋਂ ਨਜ਼ਰ ਇਸ ਪੱਧਰ ਦੀ ਨਾ ਰਹੇ। ਤੇ ਇਸ ਸਾਰੇ ਮਾਮਲੇ ਦੇ ਵਿੱਚ ਕੀ ਹੋ ਰਿਹਾ, ਸਾਡੇ ਐਜੂਕੇਸ਼ਨ ਦਾ ਜਿਹੜਾ ਇੱਕ ਮਾਫੀਆ ਵੱਡੇ ਪੱਧਰ ਤੇ ਬਣ ਗਿਆ ਕਿਉਂਕਿ ਐਜੂਕੇਸ਼ਨ ਜਦੋਂ ਕਮਰਸ਼ੀਅਲਾਈਜ਼ ਹੋ ਗਈ, ਟੋਟਲ ਜਿਹੜੀ ਸੈਲਫ ਫਾਈਨਾਂਸ ਆ ਉਹ ਤਾਂ ਕਮਰਸ਼ੀਅਲ ਐਜੂਕੇਸ਼ਨ ਵੈਸੇ ਹੀ ਕਰਦੀ, ਜਿੱਦਾਂ ਮਰਜ਼ੀ ਲਓ ਜੋ ਮਰਜ਼ੀ ਲੁੱਟੋ। ਉਹਦੇ ਲਈ ਅਥਾਰਟੀ ਕਿੰਨੀ ਲੇਟ ਬਣੀ ਆ ਸਕੂਲਾਂ ਦੇ ਮਾਮਲੇ 'ਚ, ਬਾਕੀ ਮਾਮਲੇ 'ਚ ਜਿਹੜੀ ਰੈਗੂਲੇਟਰੀ ਸਿਸਟਮ ਵੀ ਬਣਾਉਣਾ ਹੁੰਦਾ ਉਹ ਜਾਂ ਵੀਕ ਹੈ ਜਾਂ ਬਣਦਾ ਹੀ ਨਹੀਂ, ਜਾਂ ਇੱਕ ਹੋਰ ਉਹਦੇ 'ਚ ਧਿਰ ਬਣ ਜਾਂਦੀ ਹੈ ਮਤਲਬ ਪੈਸੇ ਖਾਣ ਨੂੰ। ਜਿਵੇਂ ਕਿਸੇ ਨੂੰ ਕੋਈ ਪੁੱਛਦਾ ਨਾ ਕਿ ਬਿਜਨਸ ਬਣ ਗਈ, ਹੁਣ ਬਿਜਨਸ ਜਾਂਚ ਕਰ ਰਹੀ ਆ ਬਾਕੀ ਚੀਜ਼ਾਂ ਦੀ, ਕਿੰਨਾ ਕੁ ਫਰਕ ਪਿਆ ਇਹਦੇ ਨਾਲ? ਕਹਿੰਦਾ ਕੋਈ ਫਰਕ ਨਹੀਂ ਪਿਆ, ਪਹਿਲਾਂ 3 ਜਗ੍ਹਾ ਹਿੱਸਾ ਦਿੰਦੇ ਸੀ, ਹੁਣ 4 ਜਗ੍ਹਾ ਹੋ ਗਿਆ। ਗੱਲ ਕਿ ਇੰਨੀ ਕਿਹਾ ਕਿ ਤੁਸੀਂ ਹਿੱਸੇਦਾਰੀ ਉੱਥੇ ਕਰਦੇ ਹੋ, ਜਦ ਆਨ ਦੀ ਹੋਲ ਸਿਸਟਮ ਕਰਪਸ਼ਨ ਬਣ ਜਾਂਦਾ ਹੈ। ਔਰ ਜੇਕਰ ਇਹਦੇ ਲਈ ਇਹਦਾ ਮਤਲਬ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਉਹ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ ਹੋਣੇ ਚਾਹੀਦੇ ਨੇ, ਜਿਹਦੇ ਕੈਲੰਡਰ 'ਚ ਤੈਅ ਹੈ ਕਿ ਉਹਨੇ ਕਿਵੇਂ ਇਨਵੈਸਟੀਗੇਸ਼ਨ ਕਰਨੀ ਹੈ, ਕਿਵੇਂ ਜਾਂਚ ਕਰਨੀ ਹੈ, ਕੀ ਹੈ। ਜੋ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਸੁਪਰਵਾਈਜ਼ਰੀ ਰੋਲ ਜਿਹਨਾਂ ਦਾ ਹੈ, ਤਾਂ ਉਹਦੀ ਜਾਂ ਲਾਪਰਵਾਹੀ ਹੈ ਜਾਂ ਮਿਲੀ ਭੁਗਤ ਹੈ, ਜਾਂ ਫਿਰ ਉਹ ਜੇ ਅਣਜਾਣ ਹੈ ਤਾਂ ਉਸ ਅਹੁਦਿਆਂ ਦੇ ਫਿੱਟ ਨਹੀਂ ਹੈ। ਜੇ ਤੁਸੀਂ ਕਹਿੰਦੇ ਹੋ ਮੈਂ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਨਾ, ਵਕੀਲ ਕੋਈ ਕਹੇ ਕਿ ਜੱਜ ਮੈਨੂੰ ਕਾਨੂੰਨ ਦਾ ਨਹੀਂ ਪਤਾ, ਤੁਸੀਂ ਉਸ ਪੋਸਟ ਤੇ ਇਸ ਕਰਕੇ ਨਹੀਂ ਜਾ ਸਕਦੇ, ਇਹ ਕੋਈ ਛੱਡਿਆ ਨਹੀਂ ਜਾ ਸਕਦਾ। ਔਰ ਜੇ ਤੁਸੀਂ ਉਹ ਨਹੀਂ ਕਰਦੇ, ਦੂਜੀ ਗੱਲ ਮੈਨੂੰ ਇੱਕ ਹੋਰ ਵੀ ਲੱਗਦੀ ਹੈ ਇਹਦੇ 'ਚ, ਪੰਜਾਬ ਦੇ ਜਿਵੇਂ ਕਾਲਜਾਂ ਨੂੰ ਜਾਣ-ਬੁੱਝ ਕੇ ਇਸ ਪਾਸੇ ਰੱਖਿਆ ਜਾ ਰਿਹਾ ਹੈ। ਮਿਲੀਟੈਂਸੀ ਦੇ ਦੌਰ ਦੇ ਦੌਰਾਨ ਪੰਜਾਬ ਦੇ ਕਾਲਜਾਂ ਦੇ ਵਿੱਚੋਂ
ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਸਟੂਡੈਂਟ ਇਲੈਕਸ਼ਨ ਬੰਦ ਹੈ। ਬਿਲਕੁਲ ਹੈ ਨਾ, ਜਿੱਥੇ ਟਰਾਂਸਪੇਰੈਂਸੀ ਹੁੰਦੀ ਸੀ, ਜਿੱਥੇ ਥੋੜਾ ਬਹੁਤ ਮੈਨੇਜਮੈਂਟਾਂ ਤੇ ਦਬਾਅ ਪੈਂਦਾ ਸੀ, ਤੁਸੀਂ ਆਹ ਨਹੀਂ ਕਰਦੇ। ਪੰਚਾਇਤ ਦੀ ਇਲੈਕਸ਼ਨ ਹੋ ਗਈ ਇੰਨੇ ਵਾਰ, ਐਮਐਲਏ ਦੀ, ਐਮਸੀ ਦੀ, ਸਭ ਦੀ ਇਲੈਕਸ਼ਨ ਹੋਈ ਜਾ ਰਹੀ ਹੈ। ਵਿਦਿਆਰਥੀਆਂ ਲਈ ਅਜੇ ਵੀ ਖਾੜਕੂਬਾਦ ਹੈ ਨਾ, ਮਤਲਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਤੁਸੀਂ ਪੰਜਾਬ ਯੂਨੀਵਰਸਿਟੀ ਤੇ ਉਹਦੇ ਐਫੀਲੀਏਟਡ ਚੰਡੀਗੜ੍ਹ ਦੇ ਕਾਲਜ, ਇੱਥੇ ਇਲੈਕਸ਼ਨ ਹੋ ਰਹੀ ਹੈ, ਦੂਜੀ ਜਗ੍ਹਾ ਨਹੀਂ ਹੋ ਰਹੀ। ਜੇ ਉਹ ਸਟੂਡੈਂਟਾਂ ਦੀ ਇਲੈਕਸ਼ਨ, ਹਾਲਾਂਕਿ ਸੁਪਰੀਮ ਕੋਰਟ ਦੀ ਜੱਜਮੈਂਟ ਹੈ, ਜਿਹੜੇ ਸਾਬਕਾ ਚੀਫ ਇਲੈਕਸ਼ਨ ਕਮਿਸ਼ਨਰ ਸੀ ਲਿੰਗ ਦੋ, ਉਹਨਾਂ ਦੀ ਅਗਵਾਈ 'ਚ ਇੱਕ ਕਮੇਟੀ ਬਣੀ ਸੀ। ਕਮੇਟੀ ਦੀ ਸਿਫਾਰਸ਼ਾਂ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੀ ਯੂਨੀਵਰਸਿਟੀ ਤੇ ਕਾਲਜ ਇਹ ਨਹੀਂ ਕਰਾਏਗਾ ਇਲੈਕਸ਼ਨ, ਉਹਦੇ ਇਹੀ ਜਸਪਾਲ ਸਿੰਘ ਕੋੜੀ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ, ਇਹ ਜਦੋਂ UGC ਦੇ ਸੈਕਟਰੀ ਸੀ, ਇਹਨਾਂ ਦੇ ਦਸਖਤਾਂ ਵਾਲੀਆਂ ਮੈਂ ਅਨੇਕਾਂ ਚਿੱਠੀਆਂ ਦੇਖੀਆਂ ਨੇ ਜਿਹੜੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕੱਢੀਆਂ ਜਾਂਦੀਆਂ ਨੇ ਕਿ ਤੁਸੀਂ ਕਰਾਉਣਾ ਹੈ। ਅੱਛਾ, ਜਦ ਇਲੈਕਟਡ ਬਾਡੀ ਹੋਏਗੀ ਵਿਦਿਆਰਥੀਆਂ ਦੀ, ਉਹ ਮੈਨੇਜਮੈਂਟ ਨੂੰ ਜਾ ਕੇ ਪੁੱਛਦੀ ਹੈ, ਉਹ ਐਜੀਟੇਟ ਕਰਦੀ ਹੈ ਕਿ ਮੇਰੇ ਕਾਲਜ ਚਾਹ ਕਿਉਂ ਲਈਆਂ। ਔਰ ਬਹੁਤ ਥਾਵਾਂ ਤੇ ਇਹ ਵੀ ਹੋ ਜਾਂਦਾ ਸੀ ਕਿ ਵਿਦਿਆਰਥੀ ਤੇ ਟੀਚਰ ਯੂਨੀਅਨਾਂ ਮਿਲ ਕੇ ਵੀ ਕਾਲਜ ਦੀ ਭਲਾਈ ਲਈ ਲੜਦੀਆਂ ਦੇਖੀਆਂ ਨੇ ਹਿਸਟਰੀ ਦੇ ਵਿੱਚ, ਜਦੋਂ ਚੱਲਦੀਆਂ ਸੀ। ਇਸ ਪਾਸਿਓਂ ਵੀ ਡੈਮੋਕ੍ਰੈਟਿਕ ਐਟੀਟਿਊਡ ਦੇ ਪਾਸਿਓਂ ਵੀ ਮੈਨੂੰ ਇਹ ਲੱਗਦਾ ਕਿ ਇਹ ਜਾਣਬੁੱਝ ਕੇ ਸਰਕਾਰਾਂ ਇਧਰੋਂ ਖਾਮੋਸ਼ ਨੇ, ਉਹ ਇਲੈਕਸ਼ਨ ਵੀ ਨਹੀਂ ਕਰਾ ਰਹੀਆਂ ਤਾਂ ਕਿ ਸਟੂਡੈਂਟਾਂ ਦੀ ਮੈਨੇਜਮੈਂਟ ਦੇ ਨਾਲ ਰਾਬਤਾ ਬਣੇ ਤੇ ਉਹਨਾਂ ਤੇ ਦਬਾਅ ਪੈ ਕੇ ਇਹ ਸਾਰੀਆਂ ਸਮੱਸਿਆਵਾਂ ਹੱਲ ਕਰਨ ਦਾ ਕੋਈ ਤਰੀਕਾ ਲੱਭੇ। ਔਰ ਇਹਦੇ ਚ ਮੈਂ ਇੱਕ ਐਡੀਸ਼ਨ ਕਰੂੰਗਾ ਜੀ, ਪਿੱਛੇ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ 2-3 ਜੱਜਮੈਂਟਸ ਔਰ ਇੱਕ ਕੇਰਲਾ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਦੀ ਜੱਜਮੈਂਟ ਆਈ ਹੈ ਬੜੀ ਜ਼ਬਰਦਸਤ, ਜਿਹੜੀ ਗੱਲ ਤੇ ਅਸੀਂ ਲੜ ਰਹੇ ਹਾਂ ਪਿਛਲੇ 10-11 ਮਹੀਨੇ ਤੋਂ। ਉਹਦੇ ਵਿੱਚ ਕੇਰਲਾ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਨੇ ਪਿੱਛੇ ਜੀ ਫੈਸਲਾ ਦਿੱਤਾ ਕਿ ਸੈਟ ਪ੍ਰੋਸੀਜਰ ਜਿਹੜਾ UGC ਦਾ ਉਹਨੂੰ ਫੋਲੋ ਕਰਨਾ ਹੀ ਪਏਗਾ। ਔਰ ਕੇਰਲਾ ਦੇ ਵਿੱਚ ਉਹਨਾਂ ਨੇ 12 ਪ੍ਰਿੰਸੀਪਲ ਜਿਹੜੇ ਇਨਐਲੀਜੀਬਲ ਸੀਗੇ, ਜਿਹਦੀ ਗੱਲ ਅਸੀਂ ਵੀ ਕਰ ਰਹੇ ਹਾਂ, ਉਹਨੂੰ ਉਹਨਾਂ ਨੇ ਲਾ ਦਿੱਤਾ ਕੇਰਲਾ ਦੇ ਵਿੱਚ। ਔਰ ਇੱਕ ਜਸਟਿਸ ਮਹਾਬੀਰ ਸਿੰਘ ਦੀ 1158 ਵਾਲੇ ਜਿਹੜੇ ਗਵਰਨਮੈਂਟ ਕਾਲਜ ਦੇ ਟੀਚਰਸ ਦਾ ਇਸ਼ੂ ਆਇਆ ਸੀਗਾ, ਉਹਦੇ ਵਿੱਚ ਜਸਟਿਸ ਮਹਾਬੀਰ ਸਿੰਘ ਨੇ ਕਿਹਾ ਕਿ ਜਿਹੜੀਆਂ UGC ਗਾਈਡਲਾਈਨਸ 2010 ਹੈ, ਜਿਹਨੂੰ ਕਿ ਪੰਜਾਬ ਸਰਕਾਰ ਦੀ ਚਿੱਠੀ 30/7/2013 ਚ ਅਡਾਪਟ ਕੀਤਾ ਗਿਆ, ਉਹ ਕਲੀਅਰ ਕਰਦੀਆਂ ਨੇ ਇਹ ਗਾਈਡਲਾਈਨਸ ਕਿ ਬਈ ਸੈਟ ਪ੍ਰੋਸੀਜਰ, ਤੁਸੀਂ ਐਲੀਜੀਬਲ ਹੋ, ਉਹ ਪੈਮਾਨਾ ਕੀ ਹੈ, ਪ੍ਰੋਸੀਜਰ ਅਡਾਪਟ ਕੀਤਾ ਗਿਆ ਕਿ ਨਹੀਂ। ਔਰ ਇੱਥੇ ਇੱਕ ਹਿੰਦੁਸਤਾਨ ਦੀ ਵੱਡੀ ਮੈਨੇਜਮੈਂਟ ਹੈ, ਜਿਹੜੇ ਪੰਜਾਬ ਦੇ ਵਿੱਚ ਬਹੁਤ ਕਾਲਜ ਨੇ, ਉਹਨਾਂ ਨੇ ਕੀ ਕੀਤਾ ਹੋਇਆ ਉਹਦੇ ਬਾਰੇ ਕੱਲ ਇੱਕ ਜੱਜਮੈਂਟ, ਕੱਲ ਦੀ ਮੈਂ ਜੱਜਮੈਂਟ ਦੀ ਤੁਹਾਡੇ ਨਾਲ ਗੱਲ ਕਰ ਰਿਹਾ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ DAV ਯੂਨੀਵਰਸਿਟੀ ਜਲੰਧਰ ਦੇ ਵਿੱਚ ਜੀ, ਉੱਥੇ ਇੱਕ ਟੀਚਰ ਨੂੰ, ਲੇਡੀ ਲੈਕਚਰਰ ਪ੍ਰੋਬੇਸ਼ਨ ਤੇ ਸੀ, ਹਜੇ ਸਾਲ ਹੀ ਹੋਇਆ ਸੀ, ਉਹਨੂੰ ਬਿਨਾਂ ਕੋਈ ਚਿੱਠੀ ਦਿੱਤਿਆਂ, ਬਿਨਾਂ ਕੋਈ ਇਨਕੁਆਇਰੀ ਕਰਾਇਆ ਉਹਨੂੰ ਕੱਢ ਦਿੱਤਾ। ਤਾਂ ਉਹ ਕੋਰਟ ਦੇ ਵਿੱਚ ਚਲੇ ਗਏ ਤਾਂ ਹਾਈ ਕੋਰਟ ਨੇ ਫੈਸਲਾ ਦਿੱਤਾ ਵੀ ਇੱਕ ਤਾਂ ਤੁਸੀਂ ਸਟਿਗਮਾ ਲਾਤਾ ਉਹਨੂੰ ਕੱਢਣ ਦਾ, 10 ਲੱਖ ਰੁਪਈਆ ਇਹਨੂੰ ਕੰਪਨਸੇਸ਼ਨ ਦਿਓ ਔਰ ਇਹਨੂੰ ਜੁਆਇਨ ਕਰਾਓ। ਉਸ ਲੇਡੀ ਲੈਕਚਰਰ ਨੇ ਕਿਹਾ ਜੀ ਮੈਂ ਜੁਆਇਨ ਨਹੀਂ ਕਰਨਾ। ਕੋਰਟ ਨੇ ਕਿਹਾ ਵੀ ਠੀਕ ਹੈ 10 ਲੱਖ ਰੁਪਈਆ ਜਮ੍ਹਾਂ ਕਰਾਓ, 2 ਮਹੀਨੇ ਦੇ ਅੰਦਰ ਅੰਦਰ ਪੈਸਾ ਦਿਓ, ਨਹੀਂ ਤਾਂ 7% ਇੰਟਰਸਟ ਦੇ ਨਾਲ ਦੇਣਾ ਪਏਗਾ। ਕੋਰਟਾਂ ਦੇ ਵੀ ਹਾਲ ਦੀ ਘੜੀ 'ਚ ਕੁਝ ਇਦਾਂ ਦੇ 2-4 ਫੈਸਲੇ ਆਏ ਨੇ ਜਿਹਦੇ ਵਿੱਚ ਇਹਨਾਂ ਮੈਨੇਜਮੈਂਟਾਂ ਨੂੰ ਥੋੜੀ ਸੱਟ ਵੱਜੀ ਹੈ। ਲੇਕਿਨ ਅਸੀਂ ਨਾਲ ਹੀ ਚਾਹੁੰਦੇ ਹਾਂ ਕਿ ਜਿਹੜਾ ਵੱਡਾ ਰੋਲ ਸਰਕਾਰ ਨੇ ਪਲੇ ਕਰਨਾ, ਉਹੀ ਚੱਲਣਾ ਚਾਹੁੰਦਾ। ਇਹਦੇ ਨਾਲ ਜੱਜਮੈਂਟਾਂ ਤਾਂ ਵਾਈਸ ਚਾਂਸਲਰਾਂ ਦੀਆਂ ਵੀ ਆ ਗਈਆਂ ਕੋਰਟ ਦੀਆਂ। ਸਾਡੇ 2 ਵਾਈਸ ਚਾਂਸਲਰਾਂ ਦਾ ਵੀ ਰੌਲਾ ਪਿਆ ਕਿ ਗਵਰਨਰ ਨੇ ਕਹਿਤਾ ਕਿ UGC ਦੀ ਗਾਈਡਲਾਈਨ ਫੋਲੋ ਨਹੀਂ ਕੀਤੀ, ਮੇਰੇ ਕੋਲ ਨਹੀਂ ਆਏ। ਕੇਰਲਾ ਦੇ 14 ਵਾਈਸ ਚਾਂਸਲਰਾਂ ਦਾ ਮਾਮਲਾ ਹੀ ਹੋਇਆ ਗਵਰਨਰਾਂ ਦੇ, ਮਤਲਬ ਉਹ ਅਜੇ ਜਾਏਗਾ। ਸਾਡੇ ਵਾਲਾ ਲਟਕਦਾ, ਅੱਜ ਬਾਬਾ ਫਰੀਦ ਯੂਨੀਵਰਸਿਟੀ ਵਾਲਾ ਲਟਕ ਗਏ ਵਾਈਸ ਚਾਂਸਲਰ ਬੱਚੀ, ਪਤਾ ਨਹੀਂ ਕੀ ਕਰਨਾ ਕਿ ਨਹੀਂ। ਇਟ ਮੀਨ ਜੋ ਹੁਣ ਇਹ ਹੈ ਵੀ UGC ਗਾਈਡਲਾਈਨ ਮੰਨਣੀ ਹੈ ਜਾਂ ਨਹੀਂ ਮੰਨਣੀ, ਅਜੇ ਪੰਜਾਬ ਸਰਕਾਰ ਸਾਹਮਣੇ ਵੀ ਖੜਾ ਕੰਮ। ਬਿਲਕੁਲ ਵਾਈਸ ਚਾਂਸਲਰ ਦੇ ਮਾਮਲੇ 'ਚ ਕਿ ਤੁਸੀਂ ਇਹ ਲੜਾਈ 6 ਮਹੀਨਿਆਂ ਤੋਂ ਲੜ ਨਹੀਂ ਰਹੇ, ਇਹ ਇੱਕ ਦਿਨ ਦਾ ਤਾਂ ਮਾਮਲਾ ਹੋਇਆ ਨਹੀਂ, ਇਹਦੇ ਪਿੱਛੇ ਕਿੰਨੇ ਸਾਲਾਂ ਤੋਂ ਇਹ ਖੇਲ ਚੱਲਿਆ ਹੋਣਾ। ਪਿਛਲੀਆਂ ਸਰਕਾਰਾਂ ਨੇ ਕਿਹੋ ਜਿਹਾ ਇਹਦੇ ਵਿੱਚ ਭੂਮਿਕਾ ਨਿਭਾਈ? ਜੇ ਤੁਸੀਂ ਗਏ ਉਹਨਾਂ ਦੇ ਦਰਵਾਜ਼ਿਆਂ ਦੇ, ਨਿਰਾਸ਼ਾ ਪੱਲੇ ਪਈ ਜਾਂ ਕ੍ਰਿਸ਼ਨ ਕੁਮਾਰ ਵਰਗੇ ਕੋਈ ਟੱਕਰੇ ਹੈ, ਜਾਂ ਹੁਣ ਵਾਲੀ ਸਰਕਾਰ ਦੇ ਵਿੱਚ ਮੀਤ ਹੈਰੀ ਇਕੱਲਾ ਐਕਟਿਵ ਹੈ ਜਾਂ ਹੋਰ ਵੀ ਕੋਈ ਸੀਗੇ? ਹੁਣ ਬੈਂਸ ਕੋਲ ਚਲਾ ਗਿਆ ਬੇਸ਼ੱਕ ਮੰਤਰਾਲਾ। ਸੋ ਰਾਜਨੀਤਿਕ ਧਿਰਾਂ ਦਾ ਕਿਹੋ ਜਿਹਾ ਰੁਖ ਰਹਿੰਦਾ ਇਹਨਾਂ ਮਸਲਿਆਂ ਤੇ, ਉਹਨਾਂ ਨੂੰ ਪੀੜ ਵੀ ਤਾਂ ਹੁੰਦੀ ਹੋਣੀ ਥੋੜੀ ਇਸ ਲੜਾਈ ਤੋਂ। ਬਿਲਕੁਲ ਠੀਕ ਹੈ ਜੀ। ਪਿੱਛੇ ਜੀ ਇੱਕ ਜਿਹੜਾ 7ਵਾਂ ਪੇ ਸਕੇਲ ਪੰਜਾਬ ਸਰਕਾਰ ਨੇ ਬੜਾ ਐਡ ਵੀ ਦਿੱਤੀ, ਅਸੀਂ ਜੀ 7ਵਾਂ ਪੇ ਸਕੇਲ ਦੇ ਦਿੱਤਾ। ਉਹਦੇ 'ਚ ਇੱਕ ਨਾ ਲਾਈਨ ਲਿਖੀ ਗਈ ਹੈ ਕਿ ਇਹ ਜਿਹੜਾ ਪੇ ਸਕੇਲ ਹੈ ਇਹ ਕਿਹਨਾਂ ਉੱਪਰ ਲਾਗੂ ਹੋਏਗਾ? ਪੰਜਾਬ ਦੀਆਂ 3 ਯੂਨੀਵਰਸਿਟੀਆਂ ਅਤੇ ਪੰਜਾਬ ਦੇ ਪ੍ਰਾਈਵੇਟ ਏਡਡ ਕਾਲਜਸ ਦੇ ਉੱਪਰ। ਅਸੀਂ ਸਰਦਾਰ ਗੁਰਮੀਤ ਸਿੰਘ ਮੀਥੇਅਰ ਨੂੰ 20 ਅਕਤੂਬਰ ਨੂੰ ਸਾਡੀ ਇੱਕ ਐਸੋਸੀਏਸ਼ਨ ਹੈ, ਐਸੋਸੀਏਸ਼ਨ ਆਫ ਅਨਏਡਡ ਕਾਲਜ ਟੀਚਰਸ ਪੰਜਾਬ ਐਂਡ ਚੰਡੀਗੜ੍ਹ, ਅਸੀਂ ਉਹਨਾਂ ਨੂੰ ਮਿਲੇ ਜਾ ਕੇ। ਅਸੀਂ ਮਿਨਿਸਟਰ ਸਾਹਿਬ ਨੂੰ ਕਿਹਾ, ਉੱਥੇ DPI ਸਾਹਿਬ ਵੀ ਬੈਠੇ ਸੀ, DDPI ਵੀ, ਸਾਰਾ ਅਮਲਾ ਫੈਲਾ ਬੈਠਾ ਸੀ। ਅਸੀਂ ਉਹਨਾਂ ਨੂੰ ਕਿਹਾ ਜੀ ਵੀ ਆਹ ਤੁਹਾਡੀ ਇੱਕ 1988 ਦੀ ਨੋਟੀਫਿਕੇਸ਼ਨ ਹੈ,
ਉਹਦੇ ਵਿੱਚ ਉਹ ਕਿਉਂ ਇੰਪੋਰਟੈਂਟ ਸੀ 88 ਵਾਲੀ ਨੋਟੀਫਿਕੇਸ਼ਨ, ਕਿਉਂਕਿ 78 ਚ ਗ੍ਰਾਂਟੀਨੇਟ ਸਕੀਮ ਆਈ ਸੀ, ਉਸ ਤੋਂ ਬਾਅਦ ਦੀ ਇਹ ਪਹਿਲੀ ਨੋਟੀਫਿਕੇਸ਼ਨ ਸੀਗੀ। ਉਹਦੇ ਵਿੱਚ ਕਿਤੇ ਵੀ ਪ੍ਰਾਈਵੇਟ ਏਡਡ ਕਾਲਜ ਨਹੀਂ ਸੀ ਲਿਖਿਆ, ਉਹਦੇ ਵਿੱਚ ਲਿਖਿਆ ਸੀ ਨਾਨ ਗਵਰਨਮੈਂਟ ਐਫੀਲੀਏਟਡ ਕਾਲਜ। ਉਹਦਾ ਮਤਲਬ ਹੈ ਏਡਡ ਐਜ਼ ਵੈਲ ਐਜ਼ ਅਨਏਡਡ ਕਾਲਜ। ਅੱਜ ਜਿਹੜੇ ਅਨਏਡਡ ਕਾਲਜ ਨੇ ਪੰਜਾਬ ਦੇ, ਉਹਨਾਂ ਦੀ ਗਿਣਤੀ ਹੈ 426। ਅੱਛਾ ਜੀ। ਅਸੀਂ ਸਰਦਾਰ ਗੁਰਮੀਤ ਸਿੰਘ ਮੀਥੇਰ ਉਹਨਾਂ ਨੂੰ ਕਿਹਾ ਵੀ ਸਾਰੇ 426 ਕਾਲਜਾਂ ਨੂੰ ਬਾਹਰ ਕਿਉਂ ਕੱਢਿਆ ਗਿਆ, ਕਿ ਇਹਨਾਂ ਦੇ ਵਿੱਚ ਜਿਹੜੇ ਪ੍ਰੋਫੈਸਰ ਕੰਮ ਕਰਦੇ ਆ ਉਹ ਕੁਆਲੀਫਾਈਡ ਨਹੀਂ ਹੈ, ਉਹਨਾਂ ਨੂੰ ਮੈਨੇਜਮੈਂਟਾਂ 20,000 ਦੇ ਰਹੀਆਂ ਤੇ 7ਵੇਂ ਪੇ ਕਮਿਸ਼ਨ ਚ ਤਨਖਾਹ ਹੋ ਰਹੀ ਹੈ 80,000 ਰੁਪਈਆ। ਉਹਨਾਂ ਨਾਲ ਵਿਤਕਰਾ ਕਿਉਂ, ਇੰਨਾ ਪਾੜਾ ਕਿਉਂ? ਔਰ ਅਸੀਂ ਸਰਕਾਰ ਨੂੰ ਕਿਹਾ ਉਸ ਮੀਟਿੰਗ ਚ, ਜਿਹੜੀ ਸਰਕਾਰ ਬਦਲਾਅ ਦੀ ਗੱਲ ਕਰਦੀ ਹੈ, ਤੁਹਾਡੇ ਕੋਲ ਇੱਕ ਮੌਕਾ ਹੈ, 34 ਵਰਿਆਂ ਬਾਅਦ ਇਸ ਨੋਟੀਫਿਕੇਸ਼ਨ ਨੂੰ ਬਦਲਣ ਦੀ ਲੋੜ ਹੈ। ਤਾਂ ਉਹ ਕਹਿੰਦੇ ਪ੍ਰੋਫੈਸਰ ਸਾਹਿਬ ਇਹ ਦੱਸੋ ਵੀ ਇਹ ਪਹਿਲਾਂ ਕਿਉਂ ਨਹੀਂ ਹੋਇਆ? ਮੈਂ ਕਿਹਾ ਜੀ ਉਹ ਇਸ ਕਰਕੇ ਨਹੀਂ ਹੋਇਆ ਕਿਉਂਕਿ 88 ਤੋਂ ਬਾਅਦ 98 ਤੱਕ ਜਾਂਦੇ ਜਾਂਦੇ ਇਹਨਾਂ ਦੇ ਵਿੱਚ ਪੋਲੀਟੀਸ਼ੀਅਨਸ ਵੀ ਆ ਗਏ ਕਾਲਜ ਖੋਲਣ ਦੇ ਵਿੱਚ, ਚਾਹੇ ਉਹ ਅਕਾਲੀਆਂ ਦੇ ਸੀਗੇ, ਫਿਰ ਕਾਂਗਰਸੀਆਂ ਦੇ ਆ ਗਏ, ਤੇ ਇਹ ਜਿਹੜੀ ਗੱਲ ਹੁੰਦੀ ਗਈ, ਉਹਨਾਂ ਨੇ ਨੋਟੀਫਿਕੇਸ਼ਨ ਚੇਂਜ ਨਹੀਂ ਹੋਣ ਦਿੱਤੀ। ਤੇ ਤੁਸੀਂ ਬਦਲਾਅ ਦੀ ਗੱਲ ਕਰਦੇ ਹੋ, ਪਰ ਦੁੱਖ ਦੀ ਗੱਲ, ਅਫਸੋਸ ਹੋਇਆ ਸਾਨੂੰ ਕਿ ਇਹ ਨੋਟੀਫਿਕੇਸ਼ਨ, ਚਾਹੇ ਉਹ ਬਿਊਰੋਕ੍ਰੇਸੀ ਦਾ ਰੋਲ ਰਿਹਾ, ਇਹਦੇ ਵਿੱਚ DPI ਦਫ਼ਤਰ ਦਾ ਰੋਲ ਰਿਹਾ, ਇਹ ਨੋਟੀਫਿਕੇਸ਼ਨ ਚੇਂਜ ਨਹੀਂ ਹੋਣ ਦਿੱਤੀ ਗਈ। ਔਰ ਸਾਡੇ ਨਾਲ ਇੱਕ ਵਾਅਦਾ ਕੀਤਾ ਕਿ ਜੀ ਇੱਕ DPI ਦਫ਼ਤਰ ਚਿੱਠੀ ਕੱਢੇਗਾ ਤਿੰਨੋਂ ਯੂਨੀਵਰਸਿਟੀਆਂ ਨੂੰ, ਔਰ ਉਹਦੇ ਚ ਕਹੇਗਾ ਕਿ ਜੀ ਤੁਸੀਂ ਕਾਲਜਾਂ ਨੂੰ ਚਿੱਠੀ ਕੱਢੋ, ਸਾਰੇ ਏਡਡ ਅਤੇ ਅਨਏਡਡ ਕਾਲਜਾਂ ਦੇ ਟੀਚਰਾਂ ਨੂੰ ਇਹ ਸਕੇਲ ਦੇਣਾ ਪਏਗਾ। ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਵੱਖ-ਵੱਖ ਸਰਕਾਰਾਂ ਦੀ, ਸੋ ਇਹ ਤਿੰਨੋਂ ਹੀ ਧਿਰਾਂ ਅਸੀਂ ਦੇਖ ਲਈਆਂ ਨੇ, ਤੇ ਇੱਥੇ ਜਿਹੜੀ ਇੱਕ ਉਮੀਦ ਸਾਨੂੰ ਸੀਗੀ, ਉਹ ਉਮੀਦ ਨੋਟੀਫਿਕੇਸ਼ਨ ਦੇ ਮਾਮਲੇ 'ਚ ਤਾਂ ਸਾਡੀ ਪੂਰੀ ਨਹੀਂ ਹੋ ਸਕੀ। ਭਾਜੀ ਇਹ ਤਾਂ ਸਾਰੇ ਵਿਭਾਗਾਂ 'ਚ ਇਹੀ ਹੈ ਕਿ ਬੰਦਾ ਪੁਰਾਣੇ ਸਰਕਾਰਾਂ ਤੋਂ ਵੀ ਨਿਰਾਸ਼ ਤੇ ਹੁਣ ਵਾਲੀ ਤੋਂ ਵੀ ਬਹੁਤ ਔਖਾ ਭਾਰਾ ਹੁੰਦਾ ਜਾ ਰਿਹਾ। ਸੋ ਲੜਨਾ ਤਾਂ ਫਿਰ ਕਈ ਫਰੰਟਾਂ ਤੇ ਹੈ। ਵੈਸੇ ਹੋਣ ਵਾਲਿਆਂ ਲਈ ਸੌਖਾ ਇਹ ਸੀ, ਇਹਨਾਂ ਚ ਮੈਜੋਰਟੀ ਨਵੇਂ ਬੰਦੇ ਆਏ ਸੀ ਜਿਨ੍ਹਾਂ ਦੇ ਬੋਝ ਨਹੀਂ ਹੈ, ਕੋਈ ਪੁਰਾਣਾ ਬੈਗੇਜ ਨਹੀਂ ਹੈ, ਮਤਲਬ ਸਿਸਟਮ ਨਾ। ਇਹਨਾਂ ਚ ਬਹੁਤੇ ਸ਼ਾਇਦ ਉਹ ਵੀ ਨਹੀਂ ਹੈ ਜਿਨ੍ਹਾਂ ਦੇ ਆਪਣੇ ਕਾਲਜ ਹੋਣ ਜਾਂ ਆਪਣਾ ਸਿਸਟਮ ਹੋਣ, ਔਰ ਇਹ ਕਰ ਸਕਦੇ ਸੀ। ਇਸ ਕਰਕੇ ਜਿਹੜੇ ਮਤਲਬ ਇਹਨਾਂ ਲਈ ਕਰਨਾ ਸੌਖਾ ਹੈ, ਜਿਨ੍ਹਾਂ ਦੇ ਆਪ ਇਨਵੋਲਵਮੈਂਟ ਬਹੁਤ ਜ਼ਿਆਦਾ, ਇਹਨਾਂ ਚ ਬਿਲਕੁਲ ਫਰੈਸ਼ ਨੇ, ਜਿਹੜੇ ਪਹਿਲਾਂ ਪੋਲਿਟਿਕਸ ਚ ਵੀ ਨਹੀਂ ਸੀ, ਮੈਜੋਰਟੀ ਇਹੋ ਜਿਹੇ ਵੀ ਆ ਗਏ ਵਿੱਚ ਜਿਹੜੇ ਕਰਕੇ। ਪਰ ਇਹਨਾਂ ਦੀ ਤਾਰ ਕਿੱਥੋਂ ਹਿਲਦੀ ਹੈ ਅਜੇ ਤੱਕ ਇਹੀ ਨਹੀਂ ਪਤਾ ਨਾ। ਤਾਰ ਕੇਜਰੀਵਾਲ ਖੁੱਲਦੀ ਹੈ, ਰਾਘਵ ਚੱਡੇ ਤੋਂ ਹਿਲਦੀ ਹੈ, ਭਗਵੰਤ ਮਾਨ ਤੋਂ ਹਿਲਦੀ ਹੈ, ਕਿਹਦੇ ਤੋਂ ਹਿਲਦੀ ਹੈ? ਫੈਸਲਾ ਕੁਲ ਤਾਕਤ ਕੌਣ ਹੈ? ਪ੍ਰਸ਼ਾਸਨ ਚ ਮੰਨਿਆ ਜਾਂਦਾ ਯੂਨਿਟੀ ਆਫ ਕਮਾਂਡ। ਟੇਲਰ ਦੀ ਇੱਕ ਥਿਉਰੀ ਹੈ ਕਿ ਜੇ ਯੂਨਿਟੀ ਆਫ ਕਮਾਂਡ ਨਹੀਂ ਹੈ ਪ੍ਰਸ਼ਾਸਨ ਚ, ਹੇਠਾਂ ਇਹ ਨਹੀਂ ਪਤਾ ਵੀ ਮੈਂ ਕਿਹਦੀ ਮੰਨਣੀ ਹੈ, ਤਾਂ ਹੇਠਲੇ ਸਾਰੇ ਵਿਚਰ ਜਾਂਦੇ ਨੇ। ਉਹ ਕਹਿੰਦਾ ਚਲ ਕਹਿ ਦਾਂਗੇ ਉਹ ਫਲਾਣੇ ਸਾਹਿਬ ਨੇ ਕਹਿਤਾ ਸੀ ਮੈਂ ਇਸ ਲਈ ਤੇਰੀ ਮੰਨੀ, ਤੀਜੇ ਨੂੰ ਕਹਿ ਦਾਂਗੇ, ਤੀਜੇ, ਤਿੰਨਾਂ ਦੀ ਆਪਸ ਚ ਬੋਲ ਬਾਣੀ ਨਾ ਹੋਵੇ, ਜਾਂ ਉਹ ਘੱਟ ਮਿਲਦੇ ਹੋਣ ਆਪਸ ਦੇ ਵਿੱਚ, ਇਸ ਕਰਕੇ ਲਟਕ ਜਾਂਦੇ ਨੇ। ਜਿਹੜੇ ਮੀਤੇਰ ਉਹਨਾਂ ਦੀ ਗੱਲ ਕਰਦੇ ਨੇ ਸਾਹਿਬ, ਉਦੋਂ ਸ਼ਾਇਦ ਉਹ ਗੁਜਰਾਤ ਦੀ ਇਲੈਕਸ਼ਨ ਲੜਨ ਵੀ ਤਾਂ ਸਾਰਾ ਪੰਜਾਬ ਚਲਾ ਗਿਆ ਸੀ ਨਾ, 2 ਮਹੀਨੇ ਤਾਂ ਉੱਥੇ ਹੀ ਰਹਿ ਗਿਆ, ਮੁੜ ਕੇ ਆਇਆ ਹੀ ਨਹੀਂ ਪੰਜਾਬ ਚ। ਪੰਜਾਬ ਲਈ ਤਾਂ ਵਿਚਾਰੇ ਮੀਤੇਰ ਉਹਨਾਂ ਨੇ ਪਹਿਲਾਂ ਐਜੂਕੇਸ਼ਨ ਡਿਪਾਰਟਮੈਂਟ ਹੱਥ ਬੰਨ ਕੇ ਛੱਡਿਆ, ਹੁਣ ਮੈਨੂੰ ਲੱਗਦਾ ਇਹਨਾਂ ਵਾਲਾ ਵੀ ਹੱਥ ਬੰਨ ਕੇ ਉਹਨੇ ਆਪ ਹੀ ਛੱਡਿਆ, ਉਹਨੂੰ ਦੇਤਾ ਜਿਹੜਾ ਮਾਈਨਿੰਗ ਫੇਰ ਦੇਤਾ ਜਾ ਕੇ, ਜਿਹੜਾ ਉਦੋਂ ਜ਼ਿਆਦਾ ਖਤਰਨਾਕ ਹੋਇਆ। ਇਸ ਕਰਕੇ ਜਿਹੜਾ ਇਹ ਡਿਪਾਰਟਮੈਂਟ ਨੇ, ਮੈਨੂੰ ਲੱਗਦਾ ਕਿ ਸਰਕਾਰਾਂ ਚੱਲਣ ਲੱਗ ਗਈਆਂ ਨੇ, ਕੇਵਲ ਤੇ ਕੇਵਲ ਇੱਕੋ ਰਸਤਾ ਹੈ, ਜਾਂ ਤਾਂ ਤੁਹਾਡੇ ਕੋਲ ਬਹੁਤ ਭੀੜ ਹੋਵੇ, ਬਹੁਤ ਤਾਕਤ ਹੋਵੇ, ਇਕੱਠ ਕਰ ਸਕਦੇ ਹੋ ਐਡਾ ਵੱਡਾ ਜਿਹਦੇ ਨਾਲ ਉਹਨੂੰ ਲੱਗਦਾ ਹੋਵੇ ਐਡੀ ਵੋਟ ਹੈ। ਪੜ੍ਹਿਆ ਲਿਖਿਆ ਜਿਹੜਾ ਇੰਨਾ ਸੈਕਸ਼ਨ ਹੈ ਕਾਲਜ ਦਾ, ਟੀਚਰਾਂ ਦਾ, ਇਹ ਓਡੀ ਭੀੜ ਤਾਂ ਬਣ ਨਹੀਂ ਸਕਦੀ ਹੈ ਨਾ, ਇਹਦਾ ਨੰਬਰ ਤਾਂ ਥੋੜਾ ਹੀ ਰਹੂਗਾ। ਇਹ ਤਾਂ ਆਰਗੂਮੈਂਟ ਤੇ ਹੀ ਗੱਲ ਕਰ ਸਕਣਗੇ ਦਲੀਲ, ਜਾਂ ਉਹਨੇ ਵੱਧ ਤੋਂ ਵੱਧ 2000 ਇਕੱਠਾ ਹੋ ਜਾਊਗਾ, ਕੋਈ 4000 ਹੋ ਜਾਊ। ਇਹ ਕਿਸਾਨਾਂ ਦੀ ਤਰ੍ਹਾਂ ਐ ਤਾਂ ਨਹੀਂ ਨਾ ਬੈਠ ਸਕਦੇ ਵੀ ਉੱਥੇ ਜਾ ਕੇ ਦਿੱਲੀ ਦੇ ਵਿੱਚ ਇੰਨਾ ਕਰ ਲਿਆ ਜਾਂ ਫਲਾਨਾ ਕਰ ਲਿਆ। ਔਰ ਇਹਦੇ ਤੇ ਸੈਂਸਿਟਿਵ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹਦੇ ਚ ਸੰਵੇਦਨਸ਼ੀਲਤਾ ਦਾ ਕੁਐਸਚਨ ਹੁੰਦਾ ਹੈ। ਇਹ ਇਕੱਲੇ ਪ੍ਰੋਫੈਸਰ ਦਾ ਕੁਐਸਚਨ ਨਹੀਂ ਹੈ ਕਿ ਐਜੂਕੇਸ਼ਨ ਬਾਰੇ ਸਾਡੀ ਕੀ ਅਪਰੋਚ ਹੈ, ਕੀ ਅਸੀਂ ਸਾਡੇ ਬੱਚਿਆਂ ਨੂੰ ਇਸ ਲੈਵਲ ਦੀ ਐਜੂਕੇਸ਼ਨ ਦੇਣ ਦੇ ਕਾਬਲ ਹਾਂ, ਜਾਂ ਸਾਡੀ ਕੋਈ ਤਰਜੀਹ ਹੈ ਕਿ ਉਹ ਹਾਇਰ ਐਜੂਕੇਸ਼ਨ ਤੱਕ ਉਹਨਾਂ ਬੱਚਿਆਂ ਨੂੰ ਇੰਨੇ ਜੋਗੇ ਬਣਾ ਦਿਓ, ਦੁਨੀਆ 'ਚ ਕਿਤੇ ਵੀ ਜਾਣ, ਜਿੱਥੇ ਵੀ ਜਾਣਗੇ ਤੇ ਉਹ ਕਾਬਲ ਹੋਣਗੇ। ਬਿਲਕੁਲ ਸਾਡੇ ਸੰਕਟ ਇਸੇ ਕਰਕੇ ਨਾ ਇੰਪਲਾਇਬਿਲਿਟੀ ਦਾ ਵੀ ਆਉਣ ਲੱਗ ਗਿਆ। ਕੱਲਾ ਇਹ ਨਹੀਂ ਆਉਣ ਲੱਗਿਆ ਕਿ ਇੰਪਲਾਇਮੈਂਟ ਨਹੀਂ ਮਿਲਦੀ, ਪਰ ਬੱਚੇ ਵੀ ਉਸ ਯੋਗ ਨਹੀਂ ਹੈ ਬਹੁਤ ਹੱਦ ਤੱਕ। ਇਸ ਕਰਕੇ ਉਹਨਾਂ ਚੀਜ਼ਾਂ ਦਾ ਲਾਜ਼ਮੀ ਹੈ ਕਿ ਜਿਹੜੇ ਬੰਦੇ ਟੀਚਰ ਉੱਥੇ ਕੰਮ ਕਰਦੇ ਨੇ, ਜੇ ਉਹ ਸੈਟੀਸਫਾਈ ਨਹੀਂ, 20,000 ਵਾਲਾ ਪ੍ਰੋਫੈਸਰ ਕਾਲਜ ਕਿਵੇਂ ਪੜਾਊਗਾ? ਉਹ ਆਪਣੀਆਂ ਸਮੱਸਿਆਵਾਂ ਨਾਲ ਜੂਝਦਾ ਰਹੂਗਾ, ਉਹਦੇ ਕੋਲੇ ਟਾਈਮ ਹੀ ਨਹੀਂ ਹੋਏਗਾ ਕਿ ਉਹ ਜਾ ਕੇ ਜੀ ਇਸ ਲੈਵਲ ਦੇ। ਇਹਨਾਂ ਡਿਪਾਰਟਮੈਂਟਾਂ 'ਚ ਇਸੇ ਕਰਕੇ ਸੀ ਕਿ ਤਨਖਾਹਾਂ ਚੰਗੀਆਂ ਹੋਣ, ਬੰਦਾ ਇੱਧਰ ਨਾ ਆਏ ਵਾਧੂ, ਨਹੀਂ ਤਾਂ ਬੰਦਾ ਕਹਿੰਦਾ ਮੈਂ ਥਾਣੇਦਾਰ ਲੱਗਿਆ ਚੰਗਾ ਸੀਗਾ, ਪ੍ਰੋਫੈਸਰ ਬਣ ਕੇ ਕੀ ਲੈਣਾ ਜਿਹੜਾ ਉੱਥੇ। ਔਰ ਬਹੁਤ ਆਉਂਦੇ ਨੇ, ਮੈਨੂੰ ਇੱਕ ਅਫਸਰ ਮਿਲੇ, PCS ਅਫਸਰ, ਚੰਗੇ ਭਲੇ ਗਵਰਨਮੈਂਟ ਕਾਲਜ 'ਚ ਲੱਗੇ ਸੀ, ਰੈਗੂਲਰ ਸੀ ਨਾਲੇ, ਤੇ ਇੰਸਪੈਕਟਰ ਭਰਤੀ ਹੋ ਗਏ, ਤੇ ਪਹਿਲਾਂ ਤਾਂ ਫਿਰ PCS ਬਣ ਗਏ, ਉਦੋਂ ਬਾਅਦ ਇੰਸਪੈਕਟਰ ਭਰਤੀ, ਨਾਨ ਗੈਜ਼ਟਡ ਪੋਸਟ ਮਤਲਬ ਜਿਹੜੀ ਹੈ
ਉਹ ਕਹਿੰਦੇ ਯਾਰ ਉਧਰ ਕਿਹਨੇ ਪੁੱਛਣਾ ਸੀ 4 ਸਾਲ ਬਾਅਦ, ਹੌਲੀ ਹੌਲੀ ਇੱਧਰ ਦੀ ਇੱਧਰ ਆ ਗਏ ਤੇ ਕਰਾਂਗੇ। ਮੈਂ ਕਹਿੰਦਾ ਮਤਲਬ ਲਾਈਨ ਤਾਂ ਮਲਾਈ ਖਾਣ ਦੀ ਆ ਨਾ, ਤਨਖਾਹ ਨਹੀਂ, ਗ੍ਰੇਡ ਤਾਂ ਤੁਹਾਡਾ ਬਰਾਬਰ ਨਹੀਂ ਹੈ ਉਸ ਪੱਧਰ ਦਾ। ਤੇ ਫਿਰ ਲੋਕ ਉਧਰ ਨੂੰ ਜਾਣ ਲੱਗ ਜਾਂਦੇ ਨੇ ਜਿਹੜੇ ਸਿਸਟਮ ਦੇ ਵਿੱਚ ਉਹ ਜਿਹੜੇ ਵਾਜਬ ਲੋਕ ਨੇ ਜੀ। ਨਹੀਂ ਜੇਕਰ ਤੁਸੀਂ ਇਸ ਲੈਵਲ ਦੀਆਂ ਪੋਸਟਾਂ ਬਣਾਓਗੇ ਤਾਂ ਉਹ ਲੋਕ ਆਉਣਗੇ ਜਿਹੜੇ ਪਸੰਦ ਕਰਕੇ ਆਉਣਗੇ ਕਿ ਮੈਂ ਇਸ ਪ੍ਰੋਫੈਸ਼ਨ 'ਚ ਜਾਣਾ ਹੈ। ਔਰ ਇਸੇ ਕਰਕੇ ਸਾਡੇ ਸਕੂਲ ਟੀਚਰ ਦਾ ਇਹ ਹਾਲ ਹੋ ਗਿਆ ਕਿਉਂਕਿ ਕੱਲੀ ਜੇ ਪੋਸਟ ਨਿਕਲਦੀ ਆ ਉਹ ਸਕੂਲ ਟੀਚਰਾਂ ਦੀ ਨਿਕਲਦੀ ਆ, ਬਾਕੀ ਪੋਸਟਾਂ ਨਹੀਂ ਨਿਕਲਦੀਆਂ। ਇੱਕ ਸੈਕਸ਼ਨ ਇਹੋ ਜਿਹਾ ਆ ਗਿਆ ਜਿਹੜਾ ਟੀਚਰ ਬਣਨਾ ਤਾਂ ਚਾਹੁੰਦਾ ਨਹੀਂ, ਹੋਰ ਕਿਤੇ ਜੌਬ ਉਹਦੇ ਕੋਲ ਹੈ ਨਹੀਂ, ਇਸ ਲਈ ਉਹ ਟੀਚਰ ਬਣਨ ਆ ਗਿਆ ਤੇ ਉਹਦੇ ਕੋਲ ਨਾ ਕਾਬਲੀਅਤ ਹੈ ਤੇ ਨਾ ਉਹ ਕਿਤੇ ਜਾਣਾ ਚਾਹੁੰਦਾ ਸੀ, ਉਹ ਉਸ ਤਰੀਕੇ ਦੇ ਨਾਲ ਟੀਚਰ ਬਣਿਆ ਬੈਠਾ ਤੇ ਉਹਦੇ ਚੋਂ ਇੱਕ ਸੈਕਸ਼ਨ ਪੜ੍ਹਾ ਹੀ ਨਹੀਂ ਸਕਦਾ, ਉਹਦੇ ਯੋਗ ਨਹੀਂ ਹੈ। ਸਕੂਲਾਂ ਦਾ ਵੀ ਹਾਲ, ਗਵਰਨਮੈਂਟ ਸਕੂਲਾਂ ਦਾ ਜਿਹੜਾ ਇਹ ਹੋ ਗਿਆ। ਔਰ ਜੇ ਟੈਲੈਂਟ ਲਿਆਉਣਾ ਹੈ, ਮੈਰਿਟ ਲਿਆਉਣੀ ਹੈ ਤਾਂ ਉਹਦਾ ਇੱਕ ਲੈਵਲ ਤਨਖਾਹਾਂ ਦਾ ਵੀ, ਇੱਕ ਐਟਮੋਸਫੀਅਰ ਦਾ ਵੀ, ਇੱਕ ਸਾਰਿਆਂ ਦਾ ਦੇਣਾ ਪਏਗਾ ਤਾਂ ਕਿ ਉਹ ਚੋਂ ਚੁਆਇਸ ਕਰਕੇ ਤੁਸੀਂ ਮੈਰਿਟ ਵਾਲੇ ਬੰਦੇ ਇੱਧਰ ਖਿੱਚ ਸਕੋ, ਅਟਰੈਕਟ ਕਰ ਸਕੋ, ਤਾਂ ਉਹ ਚੱਲੂਗਾ ਕੰਮ, ਨਹੀਂ ਤਾਂ ਚੱਲਣਾ ਨਹੀਂ। ਇਹ ਸਰਕਾਰ ਕਹਿੰਦੀ ਹੈ ਕਿ ਸਾਡਾ ਹੈਲਥ ਤੇ ਐਜੂਕੇਸ਼ਨ ਤਰਜੀਹ ਹੈ, ਡਿਮਾਂਡ ਤਾਂ ਇਹੀ ਹੈ ਨਾ, ਗਰੰਟੀਆਂ ਵੀ ਇਹੀ ਨੇ ਜਿਹੜੀਆਂ ਆ ਪੀੜ੍ਹੀ ਸੁਧਾਰ ਦੋ ਪੰਜਾਬ ਦੀ ਨਾ ਜੇ ਬੱਚਿਆਂ ਦੀ। ਤੁਸੀਂ ਉਹ ਜਿਸ ਪ੍ਰਿੰਸੀਪਲਾਂ ਦੀ ਮੈਂ ਗੱਲ ਕਰ ਰਿਹਾ, 2 ਚਿੱਠੀਆਂ DPI ਮਹਿਕਮੇ ਚੋਂ ਨਿਕਲਦੀਆਂ ਨੇ। ਪ੍ਰਿੰਸੀਪਲ ਬਣਨ ਦੀ ਚਿੱਠੀ ਪਹਿਲਾਂ ਨਿਕਲ ਜਾਂਦੀ ਹੈ ਅਪਰੂਵਲ ਦੀ, ਤੇ ਉਸੇ ਬੰਦੇ ਦੀ ਪ੍ਰੋਫੈਸਰ ਬਣਨ ਦੀ ਬਾਅਦ ਚੋਂ ਨਿਕਲ ਰਹੀ 9 ਮਹੀਨੇ ਬਾਅਦ। ਮਤਲਬ ਪੰਜਾਬ, ਇਹ ਅਖਬਾਰਾਂ ਨੇ ਵੀ ਖਬਰ ਸਾਡੀ ਲਾਈ ਸੀ ਕਿ ਪੰਜਾਬ ਦਾ DPI ਮਹਿਕਮਾ ਪਹਿਲਾ ਹਿੰਦੁਸਤਾਨ ਦਾ ਮਹਿਕਮਾ ਜਿਹੜਾ ਕਿਸੇ ਨੂੰ ਪ੍ਰਿੰਸੀਪਲ ਪਹਿਲਾਂ ਬਣਾਉਣ ਡਿਆ ਤੇ ਪ੍ਰੋਫੈਸਰ ਬਾਅਦ ਚ ਅਪਰੂਵਲ ਦੇ ਰਿਹਾ। ਇਹ ਦੱਸੋ ਇਹ ਤੋਂ ਵੱਧ ਕਮਾਲ ਦੀ ਗੱਲ ਕੀ ਹੋ ਸਕਦੀ ਹੈ? ਔਰ ਇਹ ਜਿਹੜੇ ਇੰਨੇ ਪ੍ਰਿੰਸੀਪਲ ਤੇ ਇੰਨੇ ਐਸੋਸੀਏਟ ਪ੍ਰੋਫੈਸਰ ਇਹ ਸਾਰਾ ਕੁਝ ਇਹ ਕਰ ਗਏ ਨੇ। ਇਹ ਕਿਦਾਂ ਕਰ ਗਏ? ਅਪਰੂਵਲਾਂ ਤਾਂ ਦਿੱਤੀਆਂ DPI ਮਹਿਕਮੇ ਨੇ। ਔਰ ਮੈਂ ਹੋਰ ਦੱਸ ਦਵਾਂ ਸਰ, ਇਹਦੇ ਤੇ ਅਸੀਂ 2 ਚਿੱਠੀਆਂ ਮੈਂ ਪੰਜਾਬ ਵਿਜੀਲੈਂਸ ਨੂੰ ਔਰ CBI ਨੂੰ ਪਾ ਚੁੱਕਾ। CBI ਨੂੰ ਪਾਉਣ ਦਾ ਕਾਰਨ ਇਹ ਸੀ ਕਿ ਪਿੱਛੇ ਜੀ ਪੰਜਾਬ ਰੋਡਵੇਜ਼ ਦੇ ਡਾਇਰੈਕਟਰ ਇੱਥੇ ਫੜੇ ਗਏ ਸੀ, ਉਹਨਾਂ ਨੂੰ ਫੜਿਆ ਸੀਗਾ ਵੀ ਉਹ ਰਿਸ਼ਵਤ ਲੈਂਦੇ ਹੋਏ। ਤਾਂ ਜਦੋਂ ਸਾਨੂੰ ਪਤਾ ਲੱਗਿਆ ਤੇ ਇਨਕੁਆਇਰੀ CBI ਨੇ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਇੰਨਾ ਰੁਪਈਆ ਉਹਨਾਂ ਕੋਲੋਂ ਫੜਿਆ ਗਿਆ। ਮੈਂ CBI ਨੂੰ ਇੱਕ ਚਿੱਠੀ ਲਿਖੀ, ਮੈਂ ਕਿਹਾ ਜੀ ਇਹ ਉਹੀ ਬੰਦੇ ਨੇ ਜਿਹੜੇ ਕਿ ਪਹਿਲਾਂ DPI ਕਾਲਜਸ ਪੰਜਾਬ ਸੀ 4 ਮਹੀਨੇ ਪਹਿਲਾਂ, ਇਹਨਾਂ ਦੇ ਟਾਈਮ ਦੇ ਵਿੱਚ ਜਿੰਨੇ ਵੀ ਬੰਦੇ ਐਸੋਸੀਏਟ ਬਣੇ, ਪ੍ਰਿੰਸੀਪਲ ਬਣੇ ਆ, ਉਹ ਕਾਈਂਡਲੀ ਉਹਦੀ ਸਾਰੇ ਦੀ ਤੁਸੀਂ ਜਾਂਚ ਕਰ ਲਓ, ਤੁਹਾਨੂੰ ਪਤਾ ਲੱਗ ਜੂ ਪੈਸਾ ਤਾਂ ਸਾਰਾ ਉੱਥੋਂ ਹੀ ਆਇਆ। ਸੋ ਇਸ ਕਰਕੇ ਇਹ ਮਾਮਲਾ ਸਰਕਾਰ ਦੇ ਨਾਲ ਪੰਜਾਬ ਵਿਜੀਲੈਂਸ ਦੇ ਕੋਲ ਵੀ ਪਹੁੰਚ ਚੁੱਕਾ ਹੈ। ਔਰ ਵਿਜੀਲੈਂਸ ਨੇ ਪਿੱਛੇ ਜੀ ਇੱਕ ਚਿੱਠੀ ਕੱਢੀ ਹੈ ਐਜੂਕੇਸ਼ਨ ਸੈਕਟਰੀ ਨੂੰ, ਕਿਹਾ ਪ੍ਰੋਫੈਸਰ ਤਰੁਣ ਘਈ ਦੇ ਕੇਸ ਦੇ ਵਿੱਚ ਸਾਨੂੰ ਇਨਕੁਆਇਰੀ ਕਰਕੇ ਤੇ ਸਾਡੇ ਕੋਲ ਭੇਜੋ ਕਿ ਕੀ ਵਿਜੀਲੈਂਸ ਇਹਦੇ ਤੇ ਅੱਗੇ ਇਨਕੁਆਇਰੀ ਕਰੇ। ਮੇਰਾ ਖਿਆਲ ਹੈ ਇਹਦੇ ਚ ਜੇ ਮੈਂ ਇੱਕ ਨਾਲ ਐਡੀਸ਼ਨ ਕਰਾਂ, ਇੱਕ ਗੱਲ ਇਹ ਵੀ ਹੈ, ਇੱਕ ਨਾ ਸਕੂਲਾਂ ਤੇ ਇਲਾਹਾਬਾਦ ਹਾਈ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਸੀ, 18 ਅਗਸਤ 2015 ਦੀ ਜੱਜਮੈਂਟ ਹੈ। ਉਹ ਨੋਟੀਫਿਕੇਸ਼ਨ ਬਹੁਤ ਜ਼ਿਆਦਾ ਰਿਟਾਂ ਪਈਆਂ ਸੀ ਹਾਈ ਕੋਰਟ ਦੇ ਵਿੱਚ। ਰਿਟਾਂ ਤਾਂ ਕਿਸੇ ਦੀ ਪ੍ਰੋਮੋਸ਼ਨ ਦੀ ਸੀ, ਕਿਸੇ ਦੀ ਬਾਕੀ ਸੀ, ਕਿਸੇ ਦੀ ਮੈਰਿਟ ਦੀ। ਉਹਨੇ ਉਹ ਰਿਟਾਂ ਤਾਂ ਇੱਕ ਪਾਸੇ ਰੱਖਤੀਆਂ ਜੱਜ ਨੇ ਚੱਕ ਕੇ ਵੀ ਇਹ ਤਾਂ ਅਲੱਗ ਨੇ, ਇਹ ਆਉਂਦੀਆਂ ਕਿਉਂ ਨੇ? ਉਹ ਕਹਿੰਦਾ ਮੈਨੂੰ ਇਹ ਨਜ਼ਰ ਆਉਂਦਾ ਵੀ ਇਹ ਤਾਂ ਆਉਂਦੀਆਂ ਨੇ ਕਿਉਂਕਿ ਇਹ ਜਿਹੜੇ ਸਾਰੇ ਤੁਸੀਂ ਬੰਦੇ ਡਿਸੀਜਨ ਮੇਕਰ ਹੋ, ਕੋਈ IAS ਅਫਸਰ ਹੈ, ਸੈਕਟਰੀ ਹੈ, ਕੋਈ ਮਿਨਿਸਟਰ ਹੈ, ਕੋਈ DPI ਹੈ, ਕੋਈ ਬਾਕੀ ਹੈ, ਜਿਨ੍ਹਾਂ ਨੇ ਇਹ ਰੂਲ ਬਣਾਉਣੇ ਨੇ ਔਰ ਜਿਨ੍ਹਾਂ ਨੇ ਨੋਟੀਫਿਕੇਸ਼ਨ ਕੱਢਣੇ ਨੇ, ਉਹਨਾਂ ਦੇ ਜਵਾਕ ਇਹਨਾਂ ਸਕੂਲਾਂ 'ਚ ਨਹੀਂ ਪੜ੍ਹਦੇ, ਉਹ ਲਾਪਰਵਾਹੀ ਨਾਲ ਕੱਢਦੇ ਨੇ ਤੇ ਇਸ ਲਈ ਕੋਰਟਾਂ 'ਚ ਕੇਸ ਚਲੀ ਜਾਂਦੇ ਨੇ। ਬਾਕੀ ਨੇ ਉਹਨੇ ਲਿਖਤਾ ਕਿ ਜਿਹੜਾ ਵੀ ਬੰਦਾ ਸਰਕਾਰੀ ਖਜ਼ਾਨੇ 'ਚੋਂ ਤਨਖਾਹ ਲੈਂਦਾ ਉਹਦਾ ਬੱਚਾ ਤੇ ਵੀ ਉਹ ਨੇੜਲੇ ਸਕੂਲਾਂ 'ਚ ਪੜੂਗਾ। ਜੇਕਰ ਉਹ ਨਹੀਂ ਮਤਲਬ ਪੜਾਉਣਾ ਚਾਹੁੰਦਾ ਤਾਂ ਜਿੰਨਾ ਉਹ ਆਪਣੇ ਬੱਚੇ ਤੇ ਪ੍ਰਾਈਵੇਟ ਖਰਚ ਕਰਦਾ ਉਹਦਾ ਡਬਲ ਪੈਸਾ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਏਗਾ ਤਾਂ ਕਿ ਉਹ ਗੰਭੀਰ ਹੋਵੇ। ਮੈਂ ਨੋਟੀਫਿਕੇਸ਼ਨ ਗੰਭੀਰ ਹੋ ਕੇ ਕੱਢਣੇ ਨੇ, ਮੇਰੇ ਤੇ ਇਹਦਾ ਅਸਰ ਪੈ ਰਿਹਾ ਪੰਜਾਬ 'ਚ। ਆ ਜਿਹੜੇ ਨੋਟੀਫਿਕੇਸ਼ਨ ਸਾਰੇ, ਕੋਈ DPI ਕੱਢਦਾ, ਕੋਈ ਕਿਤੇ ਪੜ੍ਹਦਾ, ਉਹਨੂੰ ਲੱਗ ਰਿਹਾ ਵੀ ਇਹਨਾਂ ਕਾਲਜਾਂ 'ਚ ਕਿਹੜਾ ਮੇਰਾ ਜਵਾਕ ਪੜ੍ਹਦਾ ਹੈ। ਉਹਨੇ ਤਾਂ ਆਪਦਾ ਜਵਾਕ ਕਿਤੇ ਹੋਰ ਭੇਜ ਰੱਖਿਆ ਨਾ, ਬਾਹਰ ਭੇਜਣ ਲਈ ਜਾਂ ਇੱਧਰ ਉੱਧਰ ਭੇਜਣ ਲਈ। ਉਹ ਵੀ ਇੱਕ ਕਾਰਨ ਬਣ ਗਿਆ। ਹਾਂ, ਇੱਕ ਗੱਲ ਜ਼ਰੂਰ ਹੈ, ਇਹਨਾਂ ਚੀਜ਼ਾਂ ਦੀ ਦੇਖਦੇ ਦੇਖਦੇ ਨਾਲ ਦੀ ਨਾਲ ਮੇਰਾ ਖਿਆਲ ਹੈ ਗਵਰਨਮੈਂਟਾਂ ਕੋਲ ਇਹ ਕੋਈ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਜਾਂ ਹੁੰਦੀ ਵੀ ਹੈ, ਮੈਨੂੰ ਨਹੀਂ ਪਤਾ, ਕਿ ਤੁਸੀਂ ਬਕਾਇਦਾ ਪੀਰੀਓਡਿਕਲੀ ਚੈੱਕਅਪ, ਠੀਕ ਹੈ, ਟੀਚਰਾਂ ਦੀ ਟੀਚਿੰਗ ਦਾ ਵੀ ਇਵੈਲੂਏਸ਼ਨ ਕਰ ਸਕਦੇ ਹੋ ਜੀ। ਜਿਹੜੇ ਬੰਦੇ ਨਹੀਂ ਉਸ ਗੱਲ ਦੇ ਫਿੱਟ, ਫੋਰਨ 'ਚ ਬੜੀ ਜਗ੍ਹਾ ਇਹ ਚੀਜ਼ਾਂ ਨੇ ਕਿ ਜਿਹੜੇ ਬੰਦੇ ਨਹੀਂ ਚੱਜ ਨਾਲ ਪੜ੍ਹਾ ਸਕਦੇ ਜਾਂ ਨਹੀਂ ਪੜ੍ਹਾਉਣਾ ਚਾਹੁੰਦੇ, ਉਹ ਮਿਡ ਟਰਮ 'ਚ ਵੀ ਉਹਨੂੰ ਕਿਤੇ ਹੋਰ ਜੌਬ ਦੇ ਦਿੰਦੇ ਨੇ ਵੀ ਤੂੰ ਪੜ੍ਹਾਈ ਨੂੰ ਨੁਕਸਾਨ ਨਾ ਕਰ, ਇੰਨੀ ਉਹ ਜੌਬ ਤੈਨੂੰ ਕਿਤੇ ਹੋਰ ਦੇ ਦਿੰਦੇ ਆ, ਇੱਥੇ ਅਸੀਂ ਚੱਜ ਦਾ ਬੰਦਾ ਲਾਉਣਾ ਚਾਹੁੰਦੇ ਆ। ਇਸ ਲਈ ਉਹ ਪੜ੍ਹਾਈ ਦਾ ਕਲਚਰ ਵੀ ਇੱਕ ਅੰਦਰੋਂ ਵੀ ਪੈਦਾ ਹੋਵੇ ਤੇ ਬਾਹਰੋਂ ਵੀ ਪੈਦਾ ਹੋਵੇ। ਉੱਥੇ ਤਾਂ ਅਸੀਂ ਖੈਰ ਕਦੋਂ ਜਾਣਾ, ਹਜੇ ਤਾਂ ਦੂਜਾ ਅਜੇ ਮੁੱਢਲੀ ਗੱਲ ਦੀ ਨਹੀਂ ਤੋਰੇ, ਪਹਿਲਾਂ ਟੀਏਡੀਆਂ 'ਚ ਫਸੇ ਆ। ਮੈਂ ਉਸੇ ਗੱਲ ਤੇ ਡਾਕਟਰ ਸਾਹਿਬ, ਵਿਸ਼ਾ ਬਹੁਤ ਵਿਸ਼ਾਲ ਹੈ ਤੇ ਇਹਦੇ ਬਹੁਤ ਪਹਿਲੂ ਨੇ ਜੀ ਸਰ, ਜਿਹਨੂੰ ਆਪਾਂ 35-40 ਮਿੰਟ ਸਮੇਟ ਨਹੀਂ ਸਕਦੇ, ਪਰ ਫਿਰ ਵੀ ਇੱਕ ਹੱਦ ਹੁੰਦੀ ਹੈ। ਫਿਰ ਆਪਾਂ ਦੁਬਾਰਾ ਇਸ ਵਿਸ਼ੇ ਤੇ ਫਿਰ ਦੁਬਾਰਾ ਛੇਤੀ ਬੈਠਾਂਗੇ ਜੀ। ਸੋ ਮੈਂ ਇਹ ਸਾਰੀ ਚਰਚਾ ਨੂੰ ਸਮੇਟਦੇ ਆ ਪੰਜਾਬ ਯੂਨੀਵਰਸਿਟੀ ਦੇ ਹਵਾਲੇ ਤੋਂ ਜਾਣਨਾ ਚਾਹੁੰਦਾ ਕਿ ਇੱਥੇ ਦੀ ਸੈਨੇਟ ਕਿੰਨੀ ਕੁ ਗੰਭੀਰ ਹੈ ਪੰਜਾਬ ਲਈ, ਪੰਜਾਬ ਯੂਨੀਵਰਸਿਟੀ ਲਈ, ਕਾਲਜਾਂ ਲਈ ਜਾਂ ਆਪਣੇ ਨਿੱਜੀ ਲਈ।
ਸੈਨੇਟ ਦੀ ਗੱਲ ਤਾਂ ਬੜੀ ਦੂਰ ਦੀ ਹੈ ਜੀ। ਪਹਿਲਾਂ ਤਾਂ ਵਾਈਸ ਚਾਂਸਲਰ ਹੀ ਗੰਭੀਰ ਹੈ ਨਹੀਂ, ਉਹ ਇਸ ਕਰਕੇ ਨਹੀਂ ਗੰਭੀਰ ਹੈ ਕਿ ਜਿਹੜੀ ਜਾਂਚ ਕਮੇਟੀ ਬਣਾਈ ਹੈ ਪ੍ਰਿੰਸੀਪਲਾਂ ਦੇ ਮਾਮਲੇ 'ਚ, ਤੁਸੀਂ ਹੈਰਾਨ ਹੋਵੋਗੇ ਉਹਨਾਂ 'ਚੋਂ ਪੰਜਾਬ 'ਚ 8-10 ਪ੍ਰਿੰਸੀਪਲ ਜਿਹੜੇ ਆ ਉਹਨਾਂ ਦੀ ਅਪਰੂਵਲ ਤਾਂ ਪੰਜਾਬ ਯੂਨੀਵਰਸਿਟੀ ਨੇ ਦਿੱਤੀ ਹੈ। ਬਸ ਸੈਨੇਟ ਦੀ ਜਿੱਥੇ ਤੱਕ ਤੁਸੀਂ ਹੁਣ ਗੱਲ ਕਰਦੇ ਹੋ, ਇਹ ਫਰਜ਼ ਬਣਦਾ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਾਂਦੇ ਨੇ। ਗ੍ਰੈਜੂਏਟ ਕਾਂਸਟੀਚੁਐਂਸੀ ਹੈ, ਪ੍ਰਿੰਸੀਪਲ ਕਾਂਸਟੀਚੁਐਂਸੀ ਹੈ, ਟੀਚਰਸ ਕਾਂਸਟੀਚੁਐਂਸੀ ਹੈ। ਔਰ ਪਿੱਛੇ ਜੀ ਅਸੀਂ ਇੱਕ ਰਿਕਾਰਡ ਆਰਟੀਆਈ ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਲਿਆ ਕਿ ਇਹ ਸੈਨੇਟਰ ਕੀ ਕੰਮ ਕਰਦੇ ਨੇ, ਕਿੰਨੇ ਕਿ ਇਹਨਾਂ ਨੇ ਵਿਦਿਆਰਥੀਆਂ ਦੇ, ਟੀਚਰਾਂ ਦੇ, ਕਾਲਜਾਂ ਦੇ, ਉੱਚ ਸਿੱਖਿਆ ਦੇ ਇਸ਼ੂਜ਼ ਇਹਨਾਂ ਨੇ ਸੈਨੇਟ 'ਚ ਚੱਕੇ ਨੇ, ਔਰ ਨਾਲ ਹੀ ਇਹਨਾਂ ਨੇ ਪੈਸਾ ਕਿੰਨਾ ਕੁ ਕਲੇਮ ਕੀਤਾ। ਤੁਸੀਂ ਹੈਰਾਨ ਹੋਵੋਗੇ ਜਦੋਂ ਇਹ ਰਿਕਾਰਡ ਮੇਰੇ ਕੋਲ ਬੜੀ ਮੁਸ਼ਕਲ ਦੇ ਨਾਲ ਆਇਆ। 22 ਮਹੀਨੇ ਦਾ ਰਿਕਾਰਡ ਉਹਨਾਂ ਨੇ ਮੈਨੂੰ ਸਿਰਫ ਦਿੱਤਾ। ਉਸ ਰਿਕਾਰਡ ਦੇ ਵਿੱਚ ਨਿਕਲ ਕੇ ਆਇਆ ਕਿ ਆ ਫਲਾਂ ਸੈਨੇਟਰ ਹੈ, ਇਹਨੇ ਜੀ 3 ਲੱਖ ਰੁਪਈਆ ਜਿਹੜਾ TADA ਲਿਆ। ਆ ਫਲਾਂ ਸੈਨੇਟਰ ਹੈ, ਇਹਨੇ 8,26,000 ਰੁਪਈਆ ਲਿਆ ਹੋਇਆ TADA। ਫਲਾਂ ਸੈਨੇਟਰ ਨੇ 2,01,000 ਰੁਪਈਆ TADA ਲਿਆ ਹੋਇਆ। ਮਤਲਬ ਆ ਇੱਕ ਲੰਬੀ ਲਿਸਟ ਹੈ। ਔਰ ਇਹਦੇ ਵਿੱਚ ਕੀ ਹੋਇਆ ਕਿ ਜਿਹੜੇ ਵਾਈਸ ਚਾਂਸਲਰਾਂ ਦੇ ਚਹੇਤੇ ਨੇ, ਉਹਨਾਂ ਨੂੰ ਬਾਰ-ਬਾਰ ਉਹਨਾਂ ਕਮੇਟੀਆਂ 'ਚ ਪਾਇਆ ਜਾਂਦਾ ਰਿਹਾ, ਉਹਨਾਂ ਦੇ ਗੇੜੇ ਦਿਖਾਏ ਜਾਂਦੇ, ਉਹਨਾਂ ਦੇ ਗੇੜੇ ਦਿਖਾਏ ਜਾਂਦੇ ਰਹੇ, ਉਹਨਾਂ ਨੂੰ ਪੈਸੇ ਦਿੱਤੇ ਗਏ। ਇਹ ਪਤਾ ਡਾਕਟਰ ਸਾਹਿਬ ਸਾਨੂੰ ਵੀ ਕਿ ਕਈ ਆਉਂਦੇ ਨੇ ਦਿੱਲੀ ਤੋਂ ਵਿਆਹ ਤੇ ਪਾ ਲੈਂਦੇ ਨੇ ਆਪਣੀਆਂ ਮੀਟਿੰਗਾਂ। ਔਰ ਸਰ ਕਮਾਲ ਦੀ ਗੱਲ ਹੈ, ਅਸੀਂ ਕਹਿੰਦੇ ਚਲੋ ਪੈਸੇ ਲਓ, ਲੇਕਿਨ ਤੁਸੀਂ ਕੀਤਾ ਕੀ ਹੈ? ਜਿਹੜੇ ਪ੍ਰਿੰਸੀਪਲ ਔਰ ਟੀਚਰਸ ਦੇ ਵਿੱਚੋਂ ਸੈਨੇਟਰ ਬਣ ਕੇ ਆਏ, ਉਹ 100-100 ਦਿਨ ਆਪਣੇ ਕਾਲਜਾਂ 'ਚ ਨਹੀਂ ਵੜੇ, ਇੱਥੇ ਬੈਠੇ ਰਹੇ, ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ, ਉੱਥੇ ਕਾਲਜ ਦਾ ਐਡਮਿਨਿਸਟ੍ਰੇਸ਼ਨ ਕਿੱਦਾਂ ਚੱਲਿਆ ਪ੍ਰਿੰਸੀਪਲ ਤੋਂ, ਇਹ ਜਵਾਬ ਲਓ ਇਹਨਾਂ ਕੋਲੋਂ। ਇਹ ਜਵਾਬ ਕੌਣ ਲਏਗਾ? ਔਰ ਇਹ 300 ਪੇਜ ਦੀ ਰਿਪੋਰਟ ਮੈਂ ਰੀਸੈਂਟਲੀ ਦੇਸ਼ ਦੇ ਜਿਹੜੇ ਉਪ ਰਾਸ਼ਟਰਪਤੀ ਨੇ ਜਗਦੀਪ ਧਨਖੜ ਜੀ, ਉਹਨਾਂ ਨੂੰ ਵੀ ਭੇਜੀ ਹੈ, ਔਰ ਮੈਂ ਉਹਨਾਂ ਨੂੰ ਕਿਹਾ ਜੀ ਵਾਈਸ ਚਾਂਸਲਰ ਤੋਂ ਜਵਾਬ ਲਓ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਮੈਂ 2 ਕੇਸਿਸ ਦੇ ਵਿੱਚ ਆਲਰੇਡੀ ਜਗਦੀਪ ਧਨਖੜ ਜੀ ਨੂੰ ਚਿੱਠੀ ਭੇਜ ਚੁੱਕਾ। ਉਹਨਾਂ ਦੀ ਚਿੱਠੀ ਆ ਗਈ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਨੂੰ ਕਿ ਜਾਂਚ ਕਰੋ, ਕਿ ਜਾਂਚ ਕਰਕੇ ਤੁਸੀਂ ਪ੍ਰੋਫੈਸਰ ਤਰੁਣ ਘਈ ਨੂੰ ਜਵਾਬ ਦਿਓ ਕਿ ਇਹ ਜਿਹੜਾ ਕੀ ਹੋ ਰਿਹਾ। ਤੁਸੀਂ ਹੈਰਾਨ ਹੋਵੋਗੇ, ਇਸ ਚਿੱਠੀ ਨੂੰ ਆਏ ਨੂੰ 60 ਦਿਨ ਹੋ ਗਏ ਆ, ਮੈਨੂੰ ਵੀ ਆ ਚੁੱਕੀ, ਯੂਨੀਵਰਸਿਟੀ ਨੂੰ ਵੀ ਹੈ। ਰਜਿਸਟਰਾਰ ਪੰਜਾਬ ਯੂਨੀਵਰਸਿਟੀ ਵੱਲੋਂ ਕੋਈ ਜਵਾਬ ਮੈਨੂੰ ਅੱਜ ਤੱਕ ਨਹੀਂ ਮਿਲਿਆ। ਮਤਲਬ ਧਨਖੜ ਸਾਹਿਬ ਦੀ ਪਰਵਾਹ ਨਹੀਂ ਕਰਦੇ, ਪਰਵਾਹ ਨਹੀਂ ਕਰਦੇ ਉਹ ਕਿਸੇ ਦੀ ਵੀ। ਉਹ ਕਹਿੰਦੇ ਵੀ ਸਾਡੇ ਉੱਪਰ ਕੋਈ ਹੈਗਾ ਹੱਥ ਤੇ ਅਸੀਂ ਪਰਵਾਹ ਨਹੀਂ ਕਰਦੇ। ਬਿਲਕੁਲ, ਇਹ ਬਹੁਤ ਵੱਡਾ ਸਵਾਲ ਹੈ ਜਿਸ ਨੂੰ ਲੈ ਕੇ ਅੱਜ ਅਸੀਂ ਪੰਜਾਬ ਟੈਲੀਵਿਜ਼ਨ ਤੇ ਚਰਚਾ ਕੀਤੀ ਹੈ। ਇਹ ਇਕੱਲਾ ਚਾਹੇ ਕਾਲਜਾਂ ਦੇ ਅਸਿਸਟੈਂਟ ਪ੍ਰੋਫੈਸਰਾਂ ਦਾ, ਪ੍ਰਿੰਸੀਪਲਾਂ ਦਾ, ਕੱਪੜਿਆਂ ਦਾ, ਏਡ ਦਾ ਜਾਂ ਫਿਰ ਸੈਨੇਟ ਦੇ TADA ਦਾ ਮਸਲਾ ਨਹੀਂ ਹੈ। ਜਿਵੇਂ ਹਮੀਰ ਭਾਜੀ ਹੋਰਾਂ ਨੇ ਵੀ ਗੱਲ ਕੀਤੀ ਕਿ ਵਿਦਿਆਰਥੀਆਂ ਦਾ ਵੀ ਪਹਿਲੂ ਹੈ ਕਿ ਇਹਦੇ ਉੱਤੇ ਇੱਕ ਭਵਿੱਖ ਖੜਾ ਹੈ, ਪੀੜ੍ਹੀਆਂ ਦਾ ਨਿਰਮਾਣ ਖੜਾ ਹੈ। ਸੋ ਇਸੇ ਲਈ ਇਸ ਪਹਿਲੂ ਤੇ ਚਰਚਾ ਕੀਤੀ ਹੈ। ਪਰ ਇਹ ਜਿੱਡਾ ਵੱਡਾ ਪਹਿਲੂ ਹੈ, ਮੈਨੂੰ ਲੱਗਦਾ ਕਿ ਇਹਦੇ ਲਈ ਇੱਕ ਤਰੁਣ ਕਈ ਘੱਟ ਹੈ, ਉਹਦੇ ਲਈ ਕਿੰਨੇ ਹੀ ਤਰੁਣ ਕਈਆਂ ਦੀ ਲੋੜ ਪੈਣੀ ਹੈ। ਸੋ ਇਸ ਚਰਚਾ ਨੂੰ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਤੇ ਫਿਰ ਛੇਤੀ ਹੀ ਅਜਿਹੀ ਹੋਰ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਸ਼ੁਕਰੀਆ ਭਾਜੀ। ਸ਼ੁਕਰੀਆ।